ਵਾਹਿਗੁਰੂ ਸਾਹਿਬ ਜੀਓ। ਇਤ ਸ਼੍ਰੀ ਅਮਰ ਸਿੱਖੇ ਜੇ ਸਾਰੇ, ਆਇਸ ਤੇ ਔਰ ਸ਼ੋਕ ਨਿਵਾਰੇ। ਸਭ ਮਿਲ ਕਰੇ ਕੀਰਤਨ ਚਾਰ, ਊਚੇ ਉਚਰੇ ਜੈ ਜੈਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਵੱਡ ਭਾਗੀ ਗੁਰਮੁਖ ਸਤਸੰਗੀ ਜਨੋ, ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਜੁਗੋ ਜੁਗ ਅਟਲ ਸਤਿਗੁਰੂ ਸਰਬ ਸੁੱਖਾਂ ਦੇ ਦਾਤੇ, ਚਵਰ ਛਤਰ ਤਖਤ ਦੇ ਮਾਲਕ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ। ਸ਼੍ਰੀਮਨ ਭਗਤ ਰਵਿਦਾਸ ਸਾਹਿਬ ਜੀ ਦੇ ਇਹ ਬੜੇ ਪਿਆਰੇ ਬੋਲ, ਜੋ ਤੁਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ, ਮਾਧਵੇ ਜਾਣਤ ਹੋ ਐਸੀ ਤੈਸੀ, ਅਬ ਕਹਾਂ ਕਰੋਗੇ ਐਸੀ। ਭਗਤ ਜੀ ਦੇ ਇਹ ਬੜੇ ਹੀ ਪਿਆਰੇ ਬੋਲ, ਜਿਹਦੇ ਵਿੱਚ ਪਰਮ ਪਿਤਾ ਪ੍ਰਮਾਤਮਾ ਨੂੰ ਇਹ ਗੱਲ ਕਹਿੰਦੇ ਕਿ ਪ੍ਰਮਾਤਮਾ ਜੀ, ਅਸੀਂ ਤੇ ਮੋਹ ਦੀਆਂ ਫਾਈਆਂ ਸਬੱਝੇ ਸਾਂ, ਪਰ ਅਸੀਂ ਤੁਹਾਡਾ ਸਿਮਰਨ ਕਰਕੇ ਫਾਈਆਂ ਤੋਂ ਮੁਕਤ ਹੋ ਗਏ, ਤੁਹਾਨੂੰ ਪਿਆਰ ਦੇ ਬੰਧਨਾਂ 'ਚ ਬੰਧ ਲਿਆ। ਹੁਣ ਪਿਆਰ ਦੇ ਬੰਧਨਾਂ ਤੋਂ ਛੁੱਟਣਾ ਬੜਾ ਔਖਾ ਹੈ। ਸਾਰੀ ਦੁਨੀਆ ਮੋਹ ਦੇ ਬੰਧਨਾਂ ਵਿੱਚ ਬੱਝੀ ਹੋਈ ਹੈ, ਪਰ ਰੱਬ ਦੇ ਪਿਆਰਿਆਂ ਨੇ ਪ੍ਰਮਾਤਮਾ ਦੇ ਪਿਆਰ ਜੁੜ ਕੇ ਇਹਨਾਂ ਬੰਧਨਾਂ ਨੂੰ ਤੋੜ ਦਿੱਤਾ। ਉਹ ਪ੍ਰਮਾਤਮਾ ਕੇਵਲ ਪਿਆਰ ਦਾ ਭੁੱਖਾ ਹੈ। ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਭਾਵਨ ਮੈਨਾ ਸ਼ਰਧਾ ਪਿਆਰ। ਪ੍ਰਮਾਤਮਾ ਕਿਸੇ ਪਿਓ ਦਾ ਨਹੀਂ ਹੈ ਕਿ ਮੈਂ ਬ੍ਰਾਹਮਣ ਦੇ ਘਰ ਜਨਮਿਆ ਤੇ ਮੈਨੂੰ ਬ੍ਰਹਮ ਮਿਲੇਗਾ, ਜਾਂ ਮੈਂ ਚਿੱਟੇ ਕੱਪੜੇ ਪਾਏ ਨੇ ਕਿ ਮੈਨੂੰ ਪ੍ਰਮਾਤਮਾ ਮਿਲੇਗਾ, ਜੇ ਮੈਂ ਖਾਸ ਲਿਬਾਸ ਪਾਇਆ ਤੇ ਮੈਨੂੰ ਪ੍ਰਮਾਤਮਾ ਮਿਲੇਗਾ, ਜਾਂ ਖਾਸ ਥਾਂ ਤੇ ਬੈਠਾ, ਖਾਸ ਕੁਲਸ ਪੈਦਾ ਹੋਇਆ ਤਾਂ ਮਿਲੇਗਾ। ਕਿਉਂਕਿ ਆਪਣੇ ਮੁਲਕ ਦੇ ਅੰਦਰ ਰੱਬ ਦੇ ਨਾਂ ਤੇ ਵੀ ਵੰਡੀਆਂ ਪਾਈਆਂ ਹੋਈਆਂ ਸਨ। ਕਿਸੇ ਨੂੰ ਰੱਬ ਦੀ ਬੰਦਗੀ ਦਾ ਅਧਿਕਾਰ ਕੋਈ ਨਹੀਂ ਕਿ ਇਹ ਜਿਹੜੇ ਉਹ ਲੋਕ ਜਿਨ੍ਹਾਂ ਨੂੰ ਕਿਰਤੀ ਅਸੀਂ ਕਹਿੰਦੇ, ਕਿਰਤੀ ਲੋਕ, ਕਿਰਤ ਕਰਨ ਵਾਲੇ, ਜਿਨ੍ਹਾਂ ਨੂੰ ਸਾਡੇ ਮਾੜੇ ਸਿਸਟਮ ਨੇ ਕਿਹਾ ਸੀ ਜੀ ਇਹ ਸੂਦਰ ਨੇ ਜਾਂ ਇਹ ਨੀਵੇਂ ਵਰਗ ਵਿੱਚੋਂ ਨੇ, ਉਹਨਾਂ ਨੂੰ ਭਗਤੀ ਦਾ ਅਧਿਕਾਰ ਹੀ ਨਹੀਂ ਸੀ ਦਿੱਤਾ ਹੋਇਆ। ਤੇ ਭਗਤ ਰਵਿਦਾਸ ਜੀ ਨੇ ਬੜੀ ਸੂਰਮਤਾ ਦੇ ਨਾਲ ਇਹ ਗੱਲ ਕੀਤੀ ਕਿ ਆਪਨ ਬਾਪੇ ਨਹੀਂ ਕਿਸੇ ਕੋ। ਪਰਮਾਤਮਾ ਕਿਸੇ ਦੇ ਪਿਓ ਦਾ ਨਹੀਂ ਹੈ ਕਿ ਉਹੀ ਰੱਬ ਦਾ ਸਿਮਰਨ ਕਰੇ ਤੇ ਭਾਵਨ ਕੋ ਹਰ ਰਾਜਾ। ਜਿਸ ਦੀ ਸ਼ਰਧਾ ਹੈ, ਜਿਹਦਾ ਪਿਆਰ ਹੈ, ਉਹਦੇ ਤੇ ਪ੍ਰਮਾਤਮਾ ਟੁੱਟਦਾ ਹੈ। ਔਰ ਸਾਰੀ ਦੁਨੀਆ ਜਿਹੜੀ ਹੈ, ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਾਹੀ ਸੰਤਾਪਾ। ਸਾਰੀ ਦੁਨੀਆ ਮੋਹ ਦੇ ਬੰਧਨਾਂ 'ਚ ਬੱਝੀ ਪਈ ਹੈ, ਲੇਕਿਨ ਰੱਬ ਦੇ ਪਿਆਰੇ ਇਹਨਾਂ ਦੁੱਖਾਂ ਤੋਂ ਮੁਕਤ ਹੋ ਗਏ। ਮੋਹ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਪਿਆਰ। ਜੋ ਸਾਡਾ ਲਗਾਅ ਹੈ, ਸਨੇਹ ਹੈ, ਇਹੀ ਲਗਾਅ ਸਾਡਾ ਪ੍ਰਮਾਤਮਾ ਨਾਲ ਬਣ ਜਾਏ, ਮੋਹ ਦੇ ਬੰਧਨ ਟੁੱਟ ਜਾਂਦੇ ਨੇ। ਇਹੀ ਲਗਾਅ ਸਾਡਾ ਦੁਨੀਆ ਨਾਲ, ਸੰਸਾਰ ਨਾਲ ਬਣ ਜਾਏ, ਮਨੁੱਖ ਬੰਧਨਾਂ ਵਿੱਚ ਬੱਝ ਜਾਂਦਾ ਹੈ। ਭਗਤ ਜੀ ਨੇ ਸਾਨੂੰ ਬੰਧਨਾਂ ਤੋਂ ਮੁਕਤ ਹੋਣ ਦੇ ਲਈ ਉਸ ਪਰਮ ਪਿਤਾ ਵਾਹਿਗੁਰੂ ਜੀ ਦੀ ਭਾਵ ਭਗਤੀ ਵਿੱਚ ਜੁੜਨ ਦੀ ਜਿੱਥੇ ਪ੍ਰੇਰਣਾ ਕੀਤੀ ਹੈ, ਆਪ ਜੀ ਬੜੇ ਪਿਆਰ ਦੇ ਨਾਲ ਗੁਰ ਇਤਿਹਾਸ ਦੀ ਕਥਾ ਵਿਚਾਰ ਹਰ ਰੋਜ਼ ਰਾਤ ਦੇ ਦੀਵਾਨ ਵਿੱਚ ਸਰਵਣ ਕਰਦੇ ਹੋ। ਵਾਰਤਾ ਚੱਲ ਰਹੀ ਹੈ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਦੂਸਰੇ ਪਾਤਸ਼ਾਹ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਕੇ ਉਹਨਾਂ ਨੂੰ ਪਿਆਰ ਦੇ ਬੰਧਨਾਂ 'ਚ ਬੰਨ੍ਹ ਲਿਆ, ਉਹਨਾਂ ਦੀ ਰਹਿਮਤ ਨੂੰ ਪ੍ਰਾਪਤ ਕੀਤਾ, ਗੁਰੂ ਨਾਨਕ ਦਾ ਰੂਪ ਬਣ ਗਏ, ਉਹਨਾਂ ਦੀ ਪਾਵਨ ਗੁਰਗੱਦੀ ਤੇ ਬੈਠ ਕੇ ਮਨੁੱਖਤਾ ਦੀ ਬੇਅੰਤ ਸੇਵਾ ਕੀਤੀ। ਇਤਿਹਾਸਕਾਰ ਇਹ ਗੱਲ ਲਿਖਦੇ ਨੇ, ਕਿਉਂਕਿ ਜਿਹੜੇ ਇਤਿਹਾਸਕਾਰ ਨੇ ਆਮ ਜਿਹਨੂੰ ਆਪਾਂ ਕਹਿੰਦੇ ਨਾ ਮੱਖੀ ਤੇ ਮੱਖੀ ਮਾਰਨ ਵਾਲਿਆਂ ਦੀ ਗੱਲ ਨਹੀਂ ਕਰਦੇ। ਜਿਹੜੇ ਲੋਕ ਸਮਝਦਾਰ ਨੇ, ਦੂਰਦ੍ਰਿਸ਼ਟੀ ਵਾਲੇ ਨੇ, ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਿਰਮਲ ਪੰਥ ਦੀ ਆਰੰਭਤਾ ਕੀਤੀ, ਪਰ ਉਸ ਪੰਥ ਨੂੰ ਅੱਗੇ ਚਲਾਉਣ ਦੇ ਵਿੱਚ ਗੁਰੂ ਅੰਗਦ ਦੇਵ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਕੋਈ ਚੀਜ਼ ਆਰੰਭ ਕਰਨੀ ਬੜੀ ਮਹਾਨ ਗੱਲ ਹੈ, ਕੋਈ ਛੋਟੀ ਗੱਲ ਨਹੀਂ ਹੈ, ਲੇਕਿਨ ਉਸ ਨੂੰ ਅੱਗੇ ਤੋਰਦੇ ਰੱਖਣਾ। ਗੁਰੂ ਅੰਗਦ ਦੇਵ ਜੀ ਦੇ ਵੇਲੇ ਬੜੀਆਂ ਚੁਣੌਤੀਆਂ ਸਨ ਗੁਰਮਤਿ ਦੇ ਅੱਗੇ। ਅਨੇਕਾਂ ਕਰਮਕਾਂਡੀ ਲੋਕ, ਅਨੇਕਾਂ ਹੀ ਉਹ ਲੋਕ ਜਿਹਨੂੰ ਆਪਾਂ ਕਹਿ ਸਕਦੇ ਸਰਮਾਏਦਾਰ ਲੋਕ ਜਾਂ ਵਹਿਮਾਂ ਭਰਮਾਂ 'ਚ ਪਾਉਣ ਵਾਲੇ ਲੋਕ ਗੁਰਮਤਿ ਦੇ ਵਿਰੋਧੀ ਸਨ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਵੇਲੇ ਵੀ ਰੱਜ ਕੇ ਵਿਰੋਧਤਾ ਕੀਤੀ। ਪਰ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰ ਪ੍ਰਸਾਰਨ ਲਈ ਕਿੰਨੇ ਵਧੀਆ ਉਦਮ ਕੀਤੇ। ਸਭ ਤੋਂ ਪਹਿਲੀ ਗੱਲ ਕਿ ਜਿਹੜੀ ਲੋਕਾਂ ਦੀ ਬੋਲੀ ਸੀ, ਜਿਹਨੂੰ ਆਪਾਂ ਮਾਂ ਬੋਲੀ ਕਹਿੰਦੇ ਆ, ਮਦਰ ਲੈਂਗੁਏਜ ਜਿਹਨੂੰ ਆਪਾਂ ਕਹਿੰਦੇ ਆ ਨਾ, ਉਹਦੇ ਵਿੱਚ ਸਤਿਗੁਰੂ ਜੀ ਨੇ ਉਹਨੂੰ ਉੱਚੀਆਂ ਚੁੱਕਿਆ।
ਗੁਰਮੁਖੀ ਲਿਪੀ ਦਾ ਪ੍ਰਚਾਰ ਕੀਤਾ। ਸਤਿਗੁਰੂ ਜੀ ਨੇ ਉਸ ਨੂੰ ਚੰਗੀ ਤਰੀਕੇ ਨਾਲ ਘਾੜਤ ਵੀ ਕਰੀ। ਆਪਣੀ ਬੋਲੀ ਵਿੱਚ ਆਪਣੇ ਬੋਲ ਹੋਣਾ ਇੱਕ ਬਹੁਤ ਵੱਡੀ ਗੱਲ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਆਪਣੀ ਬੋਲੀ ਦੀ ਮਹਾਨਤਾ ਨੂੰ ਦਰਸਾਉਂਦੇ ਸਮਝਦੇ ਨਹੀਂ ਹਾਂ। ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ 'ਚ ਆਪਣੀ ਬੋਲੀ ਪ੍ਰਤੀ, ਆਪਣੀ ਸਟੇਟ ਪ੍ਰਤੀ ਪਿਆਰ ਹੀ ਨਹੀਂ ਹੈ। ਕਦੀ ਬਾਹਰਲੇ ਮੁਲਕਾਂ ਜਾਈਏ, ਕਦੀ ਕੈਨੇਡਾ ਜਾਣ ਦਾ ਤੁਹਾਨੂੰ ਮੌਕਾ ਮਿਲੇ, ਉੱਥੇ ਇੱਕ ਕਿਊਬਿਕ ਸਟੇਟ ਹੈ, ਉੱਥੋਂ ਦੀ ਬੋਲੀ ਫ੍ਰੈਂਚ ਹੈ, ਔਰ ਉਸ ਇਲਾਕੇ ਤੁਸੀਂ ਜੇ ਫ੍ਰੈਂਚ ਨਹੀਂ ਜਾਣਦੇ ਤੁਹਾਨੂੰ ਨੌਕਰੀ ਨਹੀਂ ਮਿਲੇਗੀ। ਅਗਲੀ ਗੱਲ, ਉਸ ਇਲਾਕੇ 'ਚ ਕਈ ਦੁਕਾਨਾਂ ਤੇ ਜਾਓਗੇ, ਜੇ ਤੁਸੀਂ ਉਹਨਾਂ ਦੀ ਬੋਲੀ ਨਹੀਂ ਬੋਲੋਗੇ ਤੁਹਾਨੂੰ ਕੋਈ ਚੀਜ਼ ਨਹੀਂ ਮਿਲੇਗੀ। ਇਹਨਾਂ ਲੋਕ ਆਪਣੀ ਬੋਲੀ ਨਾਲ ਪਿਆਰ ਕਰਦੇ ਨੇ। ਇੱਕ ਦਿਨ 2 ਦਿਨ ਪਹਿਲਾਂ ਮੈਂ ਕਹਾਣੀ ਪੜ੍ਹ ਰਿਹਾ ਸਾਂ ਕਿ ਸਾਡਾ ਇੱਕ ਵਿਦਵਾਨ ਪ੍ਰੋਫੈਸਰ ਫਰਾਂਸ ਵਿੱਚ ਜਾ ਕੇ ਠਹਿਰਦਾ, ਉਸ ਘਰ ਘਰਾਣੇ ਨਾਲ ਬੜਾ ਉਹਦਾ ਪਿਆਰ ਹੈ। ਇੱਕ ਵਾਰੀ ਉਹਦੀ ਇੰਡੀਆ ਤੋਂ ਇੱਕ ਚਿੱਠੀ ਜਾਂਦੀ ਹੈ, ਉਸ ਘਰਾਣੇ ਦੀ ਬੱਚੀ ਕਹਿੰਦੀ ਹੈ ਕਿ ਅੰਕਲ ਤੁਸੀਂ ਮੈਨੂੰ ਪੜ੍ਹ ਲਈ ਦਿਓਗੇ ਚਿੱਠੀ, ਦਿਖਾਓ ਤਾਂ ਸਹੀ ਤੁਹਾਡੀ ਬੋਲੀ ਕਿਹੋ ਜਿਹੀ ਹੁੰਦੀ ਹੈ। ਪ੍ਰੋਫੈਸਰ ਸਾਹਿਬ ਪਹਿਲਾਂ ਦਿੰਦੇ ਨਹੀਂ ਹੈ, ਬੱਚੀ ਦੀ ਜਿੱਦ ਦੇਖ ਕੇ ਦੇਣੀ ਪਈ। ਜਾਂ ਦੇਖਿਆ ਉਹ ਚਿੱਠੀ ਅੰਗਰੇਜ਼ੀ ਵਿੱਚ ਸੀ। ਬੱਚੀ ਬੜੀ ਨਾਰਾਜ਼ ਹੋਈ ਕਿ ਤੁਹਾਨੂੰ ਆਪਣੀ ਬੋਲੀ ਨਹੀਂ ਆਉਂਦੀ, ਤੁਸੀਂ ਬੋਲੀ ਅੰਗਰੇਜ਼ੀ ਦੇ ਵਿੱਚ ਚਿੱਠੀਆਂ ਲਿਖਦੇ ਹੋ। ਉਸ ਘਰ ਨੇ ਇੱਕ ਗੱਲ ਕਹਿਤੀ ਕਿ ਪ੍ਰੋਫੈਸਰ ਸਾਹਿਬ ਠੀਕ ਹੈ ਤੁਸੀਂ ਸਾਡੇ ਕੋਲ ਪਹਿਲਾਂ ਆਉਂਦੇ ਨੇ, ਪਰ ਅੱਜ ਤੋਂ ਬਾਅਦ ਸਾਡੇ ਘਰ ਨਹੀਂ ਆਉਣਾ। ਜਿਨ੍ਹਾਂ ਲੋਕਾਂ ਨੂੰ ਆਪਣੀ ਬੋਲੀ ਚੰਗੀ ਨਹੀਂ ਲੱਗਦੀ, ਜਿਨ੍ਹਾਂ ਲੋਕਾਂ ਦਾ ਆਪਣੀ ਬੋਲੀ ਨਾਲ ਹੀ ਪਿਆਰ ਨਹੀਂ ਹੈ, ਉਹ ਲੋਕ ਦੂਜਿਆਂ ਦੇ ਕੀ ਬਣ ਸਕਣਗੇ? ਉਹ ਲੋਕ ਦੂਜਿਆਂ ਦੇ ਵੀ ਨਹੀਂ ਬਣ ਸਕਦੇ ਜਿਨ੍ਹਾਂ ਦਾ ਆਪਣੀ ਬੋਲੀ ਨਾਲ ਪਿਆਰ ਨਹੀਂ। ਔਰ ਉਹਨਾਂ ਨੇ ਇੱਕ ਕਹਾਣੀ ਸੁਣਾਈ। ਇਹ ਫ੍ਰੈਂਚ ਦਾ ਕੁਝ ਇਲਾਕਾ ਕਦੀ ਜਰਮਨ ਦੇ ਅਧੀਨ ਸੀ, ਜਰਮਨ ਦਾ ਗੁਲਾਮ ਸੀ। ਇੱਕ ਵਾਰੀ ਜਰਮਨ ਦੀ ਮਹਾਰਾਣੀ ਉਸ ਇਲਾਕੇ 'ਚ ਆਈ ਤੇ ਉਹ ਜਿਹੜੀ ਬੱਚੀ ਸੀ ਨਾ, ਉਹਦੀ ਮਾਂ ਦੀ ਘਟਨਾ ਹੈ। ਉਹ ਦੱਸਦੀ ਹੈ ਕਿ ਮੇਰੀ ਮਾਂ ਨੇ ਬਹੁਤ ਹੀ ਕੋਈ ਚੰਗਾ ਗੀਤ ਗਾਇਆ ਜਾਂ ਕਵਿਤਾ ਗਾਈ, ਤੇ ਉਹ ਜਿਹੜੀ ਮਹਾਰਾਣੀ ਸੀ ਬੜੀ ਪ੍ਰਸੰਨ ਹੋਈ, ਬਹੁਤ ਪ੍ਰਸੰਨ ਹੋਈ। आगे कहने लगी बेटा मंग ला की चाहिए, जो बच्ची कहने लगी जो मैं मंगूंगी देंगी, जिन्हें मैं जरूर देवांगी। इत्थों दी महारानी है, वो कहने लगी जे तू जरूर देवेंगी ना, अज तो इस इलाके दे विच फ्रेंच बोली तू जरूरी कर दे, स्कूलों में जरूरी कर दे। महारानी बड़ी दुखी हुई कि जे फ्रेंच बोली जरूरी करती, कहने लगी बच्ची तू अज फ्रेंच बोली नहीं मंगी, तू ते आजादी मंग ली। मैनूं पता है कि हुण तुसीं बहुत चिर जर्मन दे गुलाम नहीं रह सकोगे। ये अपनी बोली दी वडियाई है। ਜਿਹੜੇ ਲੋਕੀ ਆਪਣੀ ਬੋਲੀ ਤਿਆਗ ਦਿੰਦੇ, ਸਮਝੋ ਉਹ ਗੁਲਾਮੀ ਨੂੰ ਪ੍ਰਵਾਨ ਕਰ ਚੁੱਕੇ ਨੇ। ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਬਰ ਤੁਆਰੀ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਜਦੋਂ ਹਿੰਦੁਸਤਾਨ ਦੇ ਲੋਕਾਂ ਨੇ ਆਪਣੀ ਬੋਲੀ ਵਿਸਾਰ ਦਿੱਤੀ, ਉਦੋਂ ਹਿੰਦੁਸਤਾਨ ਨੂੰ ਗੁਲਾਮ ਹੋ ਗਿਆ, ਗੈਰਾਂ ਦਾ ਗੁਲਾਮ ਹੋ ਗਿਆ। ਅੱਜ ਅਸੀਂ ਪੰਜਾਬੀ ਆਪਣੀ ਬੋਲੀ ਵਿਸਾਰੀ ਜਾਂਦੇ ਨੇ। ਪੰਜਾਬੀ ਸਕੂਲਾਂ ਜਾ ਕੇ ਦੇਖੋ ਨਾ, ਬੱਚੇ ਕਿੰਨੇ ਕੁ ਪੜ੍ਹਦੇ ਨੇ। ਗੁੱਸਾ ਨਾ ਕਰਨਾ, ਉੱਥੇ ਪੜ੍ਹਦੇ ਨੇ ਬੱਚੇ ਬਿਹਾਰ ਦੇ ਲੋਕਾਂ ਦੇ, ਉਸੇ ਬੱਚੇ ਪੜ੍ਹਦੇ ਨੇ ਯੂਪੀ ਦੇ ਲੋਕਾਂ ਦੇ, ਉੱਥੇ ਬੱਚੇ ਪੜ੍ਹਦੇ ਨੇ ਸਾਡੇ ਕੁਝ ਉਹ ਪਰਿਵਾਰ ਜਿਹੜੇ ਵੱਡੀਆਂ ਫੀਸਾਂ ਨਹੀਂ ਦੇ ਸਕਦੇ ਉਹਨਾਂ ਦੇ। ਤੇ ਅਸੀਂ ਤੇ ਬੱਚੇ ਕਹਿੰਦੇ ਕੈਨਵਟ ਸਕੂਲ ਚ ਪੜਾਉਣੇ ਨੇ, ਪੜਾਓ ਜੀ ਸਦਕੇ, ਪਰ ਉੱਥੇ ਪੰਜਾਬੀ ਬੋਲੀ ਕਿਉਂ ਨਹੀਂ ਹੈ? ਪੰਜਾਬੀ ਬੋਲੀ ਉੱਥੇ ਲਾਗੂ ਕਰਾਉਣੀ ਚਾਹੀਦੀ। ਜਿਹੜੇ ਲੋਕ ਆਪਣੀ ਬੋਲੀ ਨੂੰ ਭੁੱਲ ਜਾਂਦੇ ਨੇ, ਉਹ ਧਰਤੀ ਤੇ ਰੁੜ ਜਾਂਦੇ ਨੇ, ਉਹ ਕਦੀ ਕਾਮਯਾਬ ਨਹੀਂ ਹੁੰਦੇ। ਗੁਰੂ ਸਾਹਿਬ ਜੀ ਨੇ ਆਪਣੀ ਬੋਲੀ ਨੂੰ ਪ੍ਰਚਾਰਨ ਦੇ ਲਈ ਗੁਰਮੁਖੀ ਲਿਪੀ ਨੂੰ ਬਹੁਤ ਵੱਡੇ ਪੱਧਰ ਤੇ ਵਿਕਸਿਤ ਕੀਤਾ, ਉਹਦੇ ਚ ਸੁਧਾਰ ਵੀ ਕੀਤਾ। ਦੇਖੋ ਕੋਈ ਬੋਲੀ ਇੱਕ ਦਿਨ ਚ ਨਹੀਂ ਬਣਦੀ। ਪੰਜਾਬੀ ਬੋਲੀ ਪਹਿਲਾਂ ਵੀ ਸੀ। ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਜਿਹੜੀ ਉਹ ਪੰਜਾਬੀ ਬੋਲੀ ਚ ਹੈ, ਵਾਰਿਸ ਸਾਹਿਬ ਪੰਜਾਬੀ ਬੋਲੀ ਚ ਹੈ, ਔਰ ਬਹੁਤ ਪੰਜਾਬੀ ਬੋਲੀ, ਦਮੋਦਰ ਦੀ ਹੀਰ ਪੰਜਾਬੀ ਬੋਲੀ ਚ ਹੈ। ਪੰਜਾਬੀ ਇੱਕਦਮ ਨਹੀਂ ਬਣੀ, ਇਹ ਆਪ ਤੋਂ ਬੋਲੀ ਜਾਂਦੀ ਬੋਲੀ ਹੈ, ਔਰ ਬੜੀ ਪਿਆਰੀ ਬੋਲੀ ਹੈ। ਇੱਕ ਗੱਲ ਚੇਤੇ ਰੱਖਣਾ, ਜਿੰਨੀ ਮਹਾਨ ਪੰਜਾਬੀ ਬੋਲੀ, ਸਾਨੂੰ ਤੇ ਪੰਜਾਬੀ ਬੋਲੀ ਦੀ ਮਹਾਨਤਾ ਦਾ ਨਹੀਂ ਪਤਾ। ਸਾਨੂੰ ਪੰਜਾਬੀ ਬੋਲੀ ਦੀ ਮਹਾਨਤਾ ਦਾ ਨਹੀਂ ਪਤਾ। ਤੁਸੀਂ ਇੰਗਲਿਸ਼ ਦੇ ਵਿੱਚ ਮਾਸੀ, ਚਾਚੀ, ਤਾਈ ਬੋਲਣਾ ਇੱਕੋ ਹੀ ਲਫ਼ਜ਼ ਹੈ, ਆਂਟੀ ਕਹਿ ਕੇ ਕੰਮ ਸਰ ਜਾਂਦਾ। ਲੇਕਿਨ ਪੰਜਾਬੀ ਚ ਮਾਸੀ ਹੈ, ਤਾਈ ਹੈ, ਚਾਚੀ ਹੈ, ਭੂਆ ਹੈ, ਮਾਮੀ ਹੈ, ਹੋਰ ਕਈ ਰਿਸ਼ਤੇ ਨੇ ਜਿਹੜੇ ਅਸੀਂ ਬੋਲ ਸਕਦੇ ਹਾਂ। ਔਰ ਇੱਥੇ ਹੀ ਵਸ ਨਹੀਂ ਹੈ। ਪੰਜਾਬੀ ਬੋਲੀ ਚ ਵੱਖਰੇ ਵੱਖਰੇ ਰੂਪਾਂ ਚ ਵੱਖਰੇ ਵੱਖਰੇ ਅਰਥ ਨੇ। ਤੁਸੀਂ ਅੰਗਰੇਜ਼ੀ ਚ ਕੋਈ ਗੱਲ ਕਰਨੀ ਨਾ, ਉਹਨੂੰ ਕੱਟਣ ਦੇ ਨਾਲ ਹੀ ਉਹਦੇ ਵਾਲ ਕੱਟ ਦਿੱਤੇ, ਉਹਦੀ ਬਾਂਹ ਕੱਟ ਦਿੱਤੀ, ਉਹਨੇ ਖਰਬੂਜਾ ਕੱਟ ਦਿੱਤਾ, ਉਹਨੇ ਫਲ ਕੱਟਤਾ, ਕੱਟਣ ਦੇ ਨਾਲ ਹੀ ਤੁਰਿਆ ਜਾਂਦਾ ਸਭ ਕੁਝ। ਇੱਕ ਨਾ ਪੰਜਾਬੀ ਚ ਫਲ ਨੂੰ ਆਪਾਂ ਚੀਰਨਾ ਕਹਿੰਦੇ ਆ, ਵਾਲਾਂ ਨੂੰ ਆਪਾਂ ਮੁੰਨਣਾ ਕਹਿੰਦੇ ਆ, ਵੱਖਰੇ ਵੱਖਰੇ ਲੱਗਦੇ ਨੇ। ਸਾਡੀ ਬੋਲੀ ਤੇ ਅਮੀਰ ਬੜੀ ਸੀ, ਬੋਲੀ ਅਮੀਰ ਸੀ, ਪਰ ਅਸੀਂ ਗਰੀਬ ਲੀਅਤ ਵਾਲੇ ਲੋਕ ਬੋਲੀ ਦੇ ਘਰ ਚ ਜੰਮ ਪਏ। ਅਸੀਂ ਬੋਲੀ ਦੀ ਮਹਾਨਤਾ ਨੂੰ ਸਮਝ ਨਾ ਸਕੇ। ਇਸ ਕਰਕੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਜੇ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਪ੍ਰਚਾਰਿਆ ਵੱਡੇ ਪੱਧਰ ਤੇ, ਉਹਦਾ ਮੁੱਖ ਕਾਰਨ ਸੀ ਸਤਿਗੁਰੂ ਜੀ ਨੇ ਗੁਰਮੁਖੀ ਲਿਪੀ ਨੂੰ ਵਿਕਸਿਤ ਕੀਤਾ, ਸਾਜਿਆ, ਸਵਾਰਿਆ, ਘੜਿਆ। ਔਰ ਗੁਰੂ ਅੰਗਦ ਦੇਵ ਜੀ ਬੜੇ ਤਗੜੇ ਭਾਸ਼ਾ ਵਿਗਿਆਨੀ ਸਨ। ਤੁਸੀਂ ਕਦੀ ਦੇਵਨਾਗਰੀ ਲਿਪੀ ਦੀ ਬਣਤਰ ਦੇਖੋ,
ਤੁਸੀਂ ਕਦੀ ਗੁਰਮੁਖੀ ਲਿਪੀ ਦੀ ਬਣਤਰ ਦੇਖੋ, ਹੋਰਨਾਂ ਲਿਪੀਆਂ ਨੂੰ ਦੇਖੋ, ਉਹਦੇ 'ਚੋਂ ਤੁਹਾਨੂੰ ਇੱਕ ਗੱਲ ਮਹਿਸੂਸ ਹੋਏਗੀ ਕਿ ਗੁਰਮੁਖੀ ਲਿਪੀ ਜਿਹੜੀ ਉਹਦੀ ਬਣਤਰ ਬੜੀ ਮਹਾਨ ਹੈ, ਕਿਉਂਕਿ ਸਾਨੂੰ ਆਪਣੀ ਬੋਲੀ ਨਾ ਅਸੀਂ ਜਾਣਦੇ ਨਹੀਂ। ਗੁਰੂ ਅੰਗਦ ਦੇਵ ਜੀ ਨੇ ਗੁਰੂ ਦਾ ਇਤਿਹਾਸ ਲਿਖਿਆ। ਗੁਰੂ ਅੰਗਦ ਦੇਵ ਜੀ ਨੇ ਕੌਮ ਨੂੰ ਅੱਗੇ ਵਿਕਸਿਤ ਕਰਨ ਦੇ ਲਈ, ਤਗੜਿਆਂ ਕਰਨ ਦੇ ਲਈ ਮੱਲ ਅਖਾੜਿਆਂ ਦੀ ਰਚਨਾ ਕੀਤੀ। ਸਤਿਗੁਰੂ ਜੀ ਨੇ ਸ਼ਬਦ ਦਾ ਲੰਗਰ ਤੇ ਗੁਰੂ ਕੇ ਲੰਗਰ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ। ਭਾਈ ਸੱਤਾ ਬਲਵੰਤ ਚ ਕਹਿੰਦੇ ਨੇ ਕਿ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੈ ਖੱਟੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀਆਂ ਮਹਾਨ ਦਾਤਾਂ। ਅਫਸੋਸ ਤਾਂ ਇਹ ਹੈ ਕਿ ਇਤਿਹਾਸ ਆਪਾਂ ਸੁਣਿਆ ਪਿਛਲੇ ਮਹੀਨੇ 2-3 ਮਹੀਨੇ ਤੋਂ ਸੁਣ ਰਹੇ ਹਾਂ, ਪਰ ਇਹਨਾਂ ਗੱਲਾਂ ਦੀ ਚਰਚਾ ਇਸ ਗ੍ਰੰਥ 'ਚ ਨਹੀਂ ਆਈ। ਹੋਰ ਕਰਾਮਾਤਕ ਕਹਾਣੀਆਂ ਹੁੰਦੀਆਂ ਨੇ। ਜੋ ਚਰਚਾ ਹੋਣੀ ਚਾਹੀਦੀ ਸੀ ਸਤਿਗੁਰੂ ਜੀ ਦੇ ਕੰਮਾਂ ਦੀ, ਜਾਂ ਜਿੰਨੇ ਵੱਡੇ ਕੰਮ ਗੁਰੂ ਅੰਗਦ ਦੇਵ ਜੀ ਨੇ ਕੀਤੇ, ਉਹ ਸਾਡੇ ਇਤਿਹਾਸਕਾਰਾਂ ਨੇ ਲਿਖੇ ਨਹੀਂ, ਇਤਿਹਾਸ ਵਿੱਚ ਆਏ ਨਹੀਂ, ਜਿਹੜੇ ਆਉਣੇ ਚਾਹੀਦੇ ਸਨ। ਉਹ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੇ ਇਤਿਹਾਸ 'ਚੋਂ ਆਪ ਜੀ ਆਏ ਵਾਰਤਾ ਸਰਵਣ ਕਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤੀ ਜੋ ਸਮਾ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦੇ ਆ ਭੱਟਾਂ ਨੇ ਇਹ ਗੱਲ ਕਹੀ ਸੀ, ਅਮੈ ਦ੍ਰਿਸ਼ ਸੁਭ ਕਰੈ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਵਨਿਦ੍ਰ ਆਓ ਜਨਮ ਹਮ ਕਾਲ ਭੋਵੈ ਧੋਵੈ, ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਪਾਏ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਟਲ ਭੱਟ ਜੀ ਇਹ ਗੱਲ ਕਹਿੰਦੇ ਨੇ ਕਿ ਗੁਰੂ ਨੂੰ ਪਿਆਰ ਦੇ ਨਾਲ ਹਰ ਰੋਜ਼ ਚੇਤੇ ਕਰੀਏ ਨਾ, ਗੁਰੂ ਕੇ ਦੀਦਾਰ ਕਰਦੇ ਆ ਜੰਮਣ ਮਰਨ ਦੇ ਦੁੱਖ ਮਿਟ ਜਾਂਦੇ ਨੇ। ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਜਿਹੜੀ ਹੈ ਨਾ, ਸਾਰੇ ਪਾਪਾਂ ਨੂੰ ਖਤਮ ਕਰ ਦਿੰਦੀ ਹੈ। ਗੁਰੂ ਸਾਰੀਆਂ ਬਖਸ਼ਾਂ ਦੇ ਘਰ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤੀ ਜੋ ਸਮਾ ਗਏ ਨੇ, ਉਹਨਾਂ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਜਿਵੇਂ ਉਹਨਾਂ ਨੇ ਪੰਜ ਭੂਤਕ ਸਰੀਰ ਦੀ ਸੰਭਾਲ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਰਦੇ ਨੇ, ਔਰ ਹੋਰ ਸਿੱਖ ਸੰਗਤਾਂ ਇਹ ਵਾਰਤਾ ਅੱਜ ਆਪਾਂ ਨੇ ਸੁਣਨੀ ਹੈ ਜੀ। ਆਓ ਸਤਿਗੁਰੂ ਜੀ ਦੇ ਪਿਆਰ ਜੁੜੀਏ, ਗੁਰੂ ਚਰਨਾਂ ਦਾ ਧਿਆਨ ਧਰਦੇ ਹਾਂ, ਗੁਰੂ ਕੀ ਗਾਥਾ ਸਰਵਣ ਕਰਨ ਦੇ ਲਈ ਮੁਖ ਤੋਂ ਉਚਾਰਨ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ। ਇਤ ਸ਼੍ਰੀ ਅਮਰ ਸਿੱਖ ਜੇ ਸਾਰੇ, ਆਇਸ ਤੇ ਔਰ ਸ਼ੋਕ ਨਿਵਾਰੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਗੁਰਤਾ ਗੱਦੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਖਸ਼ ਦਿੱਤੀ ਹੈ, ਹੋਰ ਸਿੱਖ ਸੰਗਤਾਂ ਨੂੰ ਨਾਲ ਲੈ ਕੇ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ, ਜੋ ਗੁਰਮਤਿ ਦਾ ਵਿਧਾਨ ਹੈ, ਇਹ ਪ੍ਰਮਾਤਮਾ ਨੇ ਆਵਣ ਜਾਣ ਇੱਕ ਖੇਲ ਬਣਾਇਆ। ਨਹਿ ਕਿਸ ਜਨਮੇ ਨਹਿ ਕਿਸ ਮਰੈ, ਆਪਨ ਚਲਤ ਆਪ ਹੀ ਮਰੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬੇਅੰਤ ਥਾਵਾਂ ਤੇ ਬਚਨ ਕਹੇ ਨੇ ਕਿ ਕੌਣ ਮੂਆ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ। ਕੋਈ ਚੀਜ਼ ਮਰਨ ਵਾਲੀ ਹੈ ਨਹੀਂ ਹੈ। ਆਤਮਾ ਕਦੀ ਮਰਦੀ ਨਹੀਂ ਹੈ। ਆਤਮਾ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਜਾਂਦੀ, ਉਹਦਾ ਰੂਪ ਹੈ। ਔਰ ਮਿੱਟੀ ਹੈ, ਹਵਾ ਹੈ, ਪਾਣੀ ਹੈ, ਇਹ ਤੇ ਕਦੀ ਮਰਦੇ ਨਹੀਂ। ਪਾਣੀ ਪਾਣੀ 'ਚ ਮਿਲ ਜਾਂਦਾ ਹੈ, ਮਿੱਟੀ ਮਿੱਟੀ 'ਚ ਮਿਲ ਜਾਂਦੀ ਹੈ, ਹਵਾ ਹਵਾ 'ਚ ਮਿਲ ਜਾਂਦੀ ਹੈ। ਇਸ ਕਰਕੇ ਮਰਨ ਵਾਲੀ ਚੀਜ਼ ਤਾਂ ਕੋਈ ਹੈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੈਸੇ ਹੀ ਪਰਮਾਤਮਾ 'ਚ ਲਿਵਲੀਨ ਨੇ, ਜੋਤੀ ਜੋ ਸਮਾ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ। ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ, ਭਾਈ ਦੁਨਿਆਵੀ ਲੋਕਾਂ ਵਾਂਗੂ ਕੋਈ ਸੋਗ ਕੋ ਗਮ ਨਹੀਂ ਕਰਨਾ, ਕਿਸੇ ਤਰ੍ਹਾਂ ਦਾ ਵਿਰਲਾਪ ਨਹੀਂ ਕਰਨਾ। ਗੁਰੂ ਕਾ ਹੁਕਮ ਮੰਨ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਇਕੱਤਰ ਕੀਤਾ ਹੈ, ਹਰ ਤਰ੍ਹਾਂ ਦੇ ਸ਼ੋਕ ਤੋਂ ਰਹਿਤ ਜੁੜਨ ਦੀ ਪ੍ਰੇਰਣਾ ਕੀਤੀ ਹੈ। ਸਭ ਮਿਲ ਕਰੇ ਕੀਰਤਨ ਚਾਰ, ਉੱਚੇ ਉਚਰੇ ਜੈ ਜੈਕਾਰ। ਸਾਰੇ ਮਿਲ ਕੇ ਗੁਰਬਾਣੀ ਦਾ ਕੀਰਤਨ ਕਰਦੇ ਨੇ, ਸ਼ਰਵਣ ਕਰ ਰਹੇ ਨੇ, ਤੇ ਸਾਰੇ ਜਿੱਥੇ ਵੀ ਮਿਲਦੇ ਨੇ ਸਤਿਗੁਰੂ ਜੀ ਦੀ ਜੈ ਜੈਕਾਰ ਕਰਦੇ ਹਨ। ਪੁਨ ਬਿਬਾਨ ਨੀਕੋ ਬਨਵਾਏਵ, ਮਾਲ ਵਿਸ਼ਾਲ ਪੁਸ਼ਪ ਲਰਕਾਏਵ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਲਿਜਾਣ ਦੇ ਲਈ ਉਹ ਸਾਰੀ ਤਿਆਰੀ ਕੀਤੀ ਗਈ ਹੈ, ਸਜਾਇਆ ਗਿਆ ਹੈ ਵਿਵਾਨ ਨੂੰ। ਸੁੰਦਰ ਬਸਤਰ ਲਾਏ ਦਿਸ਼ਚਾਰ, ਮਿਲ ਬੋਤਨ ਸ਼ੁਭਰੀ ਸੁਧਾਰ। ਸਾਰਿਆਂ ਨੇ ਮਿਲ ਕੇ ਬੜੇ ਪਿਆਰ ਦੇ ਨਾਲ ਇਹ ਸਾਰੀ ਤਿਆਰੀ ਕੀਤੀ ਹੈ। ਸਤਿਗੁਰ ਤਨ ਕਰਵਾਏ ਇਸ਼ਨਾਨ, ਬਰ ਅੰਬਰ ਉਪਰ ਕੋ ਤਾਨ। ਗੁਰੂ ਸਾਹਿਬ ਜੀ ਦੇ ਪਾਵਨ ਸਰੀਰ ਦਾ ਇਸ਼ਨਾਨ ਕਰਾਇਆ ਗਿਆ ਹੈ। ਬੜੇ ਸੁੰਦਰ ਬਸਤਰ ਜਿਹੜੇ ਨੇ ਉਹ ਸਤਿਗੁਰੂ ਜੀ ਦੇ ਉੱਪਰ ਚਾੜੇ ਗਏ ਹਨ। ਬੀਜ ਵਿਬਾਨ ਬਹੁਰ ਪੌਡਾਏ, ਬੁੱਢੇ ਆਦ ਸੋਲੀਨ ਉਠਾਏ। ਫਿਰ ਸਤਿਗੁਰੂ ਜੀ ਨੂੰ ਵਿਵਾਨ ਤੇ ਲਿਟਾ ਕੇ ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨੇ ਮੋਢਿਆਂ ਤੇ ਉਠਾ ਲਿਆ ਹੈ। ਜਹਾਂ ਜੁਲਾਹਨ ਸਦਨ ਸਥਾਨ, ਚਿਖਾ ਰਚੀਤੈ ਰੁਚਰ ਮਹਾਨ। ਕਵੀ ਜੀ ਨੇ ਲਿਖਿਆ ਹੈ ਕਿ ਸਤਿਗੁਰੂ ਜੀ ਕਹਿ ਗਏ ਸਨ, ਉਹ ਬਾਬਾ ਅਮਰਦਾਸ ਜੀ ਇੱਕ ਦਿਨ ਸੇਵਾ ਕਰਦੇ ਆ
ਜਲਦੀ ਗਾਗਰ ਲੈ ਕੇ ਆਏ ਸਨ। ਸਵੇਰ ਸਾਰ ਰਸਤੇ ਵਿੱਚ ਖੱਡੀ ਸੀ ਲੱਗੀ ਹੋਈ, ਜੁਲਾਹਿਆਂ ਦਾ ਘਰ ਸੀ। ਉਹ ਕਿੱਲਾ ਸੀ ਨਾ ਜਿਹੜਾ ਜਿਹਦੇ ਨਾਲ ਠੇਡਾ ਲੱਗ ਕੇ ਡਿੱਗੇ ਸਨ, ਉਹ ਕਿੱਲਾ ਜਿਵੇਂ ਭਾਈ ਸਾਹਿਬ ਜੀ ਲਿਖਦੇ ਕਹਿੰਦੇ ਹਰਿਆ ਹੋ ਗਿਆ ਸੀ। ਤੇ ਸਤਿਗੁਰੂ ਜੀ ਨੇ ਕਿਹਾ ਸੀ ਉਸ ਸਥਾਨ ਤੇ ਮੇਰਾ ਆਖਰੀ ਜੋ ਹੈ ਸੰਸਕਾਰ ਕਰਨਾ। ਉਸ ਸਥਾਨ ਤੇ ਸਤਿਗੁਰੂ ਜੀ ਦੇ ਪਾਵਨ ਸਰੀਰ ਨੂੰ ਲਿਆਂਦਾ ਗਿਆ ਹੈ। ਚੰਦਨ ਬ੍ਰਿਦਰਿਓ ਤਿਸ ਬੀਜ ਦਿਲ ਘ੍ਰਿਤ ਅਦਕ ਆਨ ਤੇ ਸੀਚ। ਉਸ ਸਥਾਨ ਤੇ ਸੋਹਣੀ ਚਿਖਾ ਤਿਆਰ ਕੀਤੀ ਗਈ ਹੈ। ਸਤਿਗੁਰ ਤਨ ਉਪਰ ਬੋਢਾਏ ਦਾਸੂ ਦੀਨ ਸੇ ਅਗਨ ਲਗਾਏ। ਗੁਰੂ ਸਾਹਿਬ ਜੀ ਦੇ ਪਵਿੱਤਰ ਸਰੀਰ ਨੂੰ ਉੱਥੇ ਬਿਰਾਜਮਾਨ ਕੀਤਾ ਗਿਆ ਤੇ ਗੁਰੂ ਕੇ ਪੁੱਤਰ ਬਾਬਾ ਦਾਸੂ ਜੀ ਨੇ ਸਤਿਗੁਰੂ ਜੀ ਦੇ ਅੰਗੀਠੇ ਨੂੰ ਅੱਗ ਦਿਖਾਈ ਹੈ। ਸਤਨਾਮ ਕੋ ਸਿਮਰਨ ਕਰੈ ਹੋਤ ਕੀਰਤਨ ਸ਼ੋਕੈ ਹਰੇ। ਸਾਰੇ ਹੀ ਵਾਹਿਗੁਰੂ ਜੀ ਦਾ ਸਿਮਰਨ ਕਰ ਰਹੇ ਨੇ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਔਰ ਕੀਰਤਨ ਨਾਲ ਜੁੜ ਕੇ ਸਾਰੇ ਹੀ ਗੁਰੂ ਕੇ ਪਿਆਰ ਜੁੜੇ ਹਨ। ਭਲੀ ਰੀਤ ਸੰਸਕਾਰਨ ਕਰੇ ਨਮੋ ਠਾਨ ਧਰ ਪਰ ਸਿਰ ਧਰੇ। ਜਿਵੇਂ ਗੁਰੂ ਸਾਹਿਬ ਜੀ ਨੇ ਆਗਿਆ ਕੀਤੀ ਸੀ, ਕਿਉਂਕਿ ਗੁਰੂ ਨਾਨਕ ਦਾ ਪੰਥ ਨਿਰਮਲ ਪੰਥ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬਚਨ ਵੀ ਉਚਾਰ ਦਿੱਤੇ, ਜਿਹਨੂੰ ਬਾਣੀ ਰੂਪ ਚ, ਜਿਹਨੂੰ ਆਪਾਂ ਕਹਿੰਦੇ ਰਾਮ ਕਲੀ ਸੱਧ, ਉਹਦੇ ਵਿੱਚ ਵੀ ਅੰਕਿਤ ਕਰ ਦਿੱਤੇ ਨੇ ਬਾਬਾ ਸੁੰਦਰ ਜੀ ਨੇ। ਪਰ ਉਸ ਤੋਂ ਪਹਿਲਾਂ ਵੀ ਸਤਿਗੁਰੂ ਜੀ ਨੇ ਹਦਾਇਤ ਕਰ ਦਿੱਤੀ ਸੀ ਕਿ ਕੋਈ ਦੁਨੀਆਦਾਰੀ ਵਾਲੀ ਰੀਤ ਨਹੀਂ ਕਰਨੀ, ਕੋਈ ਕਰਮਕਾਂਡ ਨਹੀਂ ਕਰਨਾ, ਕਿਸੇ ਤਰ੍ਹਾਂ ਦਾ ਕੋਈ ਪਖੰਡ ਨਹੀਂ ਕਰਨਾ। ਜੋ ਕੁਝ ਆਪਾਂ ਦੇਖਦੇ ਲੋਕ ਕਰਦੇ ਨੇ ਸਾਡੇ ਆਲੇ ਦੁਆਲੇ, ਉਸ ਤਰੀਕੇ ਨਾਲ ਗੁਰੂ ਕੇ ਹੁਕਮ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਮੰਗਲ ਕਰਤ ਰਹੇ ਸਮੁਦਾਏ ਗੁਰ ਆਇਸ ਤੇ ਸ਼ੋਕ ਨਸਾਏ। ਗੁਰੂ ਦਾ ਹੁਕਮ ਸੀ, ਜਿਵੇਂ ਗੁਰਬਾਣੀ ਨਾਲ ਜੁੜ ਕੇ ਸਾਰੇ ਪ੍ਰਮਾਤਮਾ ਦੇ ਪਿਆਰ ਜੁੜ ਕੇ ਜੁੜੇ ਰਹੇ। ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਜਿਵੇਂ ਰੋਣਾ ਹੁੰਦਾ ਹੈ ਕੋਈ ਸੋਗ ਪ੍ਰਗਟ ਨਹੀਂ ਕੀਤਾ। ਬੈਠੇ ਬੌਰ ਸੁਡੇਰਨ ਜਾਏ ਕੈਸ ਨੇ ਗੁਰ ਜਸ ਸਮੁਦਾਏ। ਸਤਿਗੁਰੂ ਜੀ ਦੇ ਪਾਵਨ ਸੰਸਕਾਰ ਤੋਂ ਬਾਅਦ ਸਾਰੇ ਆਗੇ ਧਰਮਸਾਲ ਵਿੱਚ ਜਿੱਥੇ ਸਥਾਨ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਗੁਰਬਾਣੀ ਕੀਰਤਨ ਹੋ ਰਿਹਾ ਹੈ। ਜਿੱਥੇ ਸਿੱਖ ਬੈਠੇ ਨੇ ਗੁਰੂ ਕੀ ਕੀਰਤੀ ਹੋ ਰਹੀ ਹੈ। ਸਾਗਰ ਸਮ ਗੰਭੀਰ ਮਹਾਨੇ ਹਿਰਦੇ ਅਚਲ ਮੇਰੂ ਸਮਠਾਨੇ। ਸਤਿਗੁਰੂ ਜੀ ਸਮੁੰਦਰ ਵਾਂਗੂ ਗੰਭੀਰ ਸਨ ਔਰ ਮਨ ਕਰਕੇ ਇੰਨੇ ਦ੍ਰਿੜ ਜਿਵੇਂ ਸਮੇਰ ਪਰਬਤ ਹੁੰਦਾ ਹੈ, ਇੰਨੇ ਅਡੋਲ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ। ਅਜਰ ਜਰਨ ਜਿਨ ਕੇਰ ਸਮਾਨ ਭਇਓ ਨ ਭੂਤ ਭਵੇਖੇ ਮਹਾ ਜਹਾਨ। ਅਜ਼ਰ ਦਰਥ ਕੇ ਜਿਹੜੀ ਚੀਜ਼ ਨੂੰ ਕੋਈ ਜਰ ਨਾ ਸਕੇ, ਸਹਿਣ ਨਾ ਕਰ ਸਕੇ। ਬੰਦੇ ਕੋ ਮਾਇਆ ਦੀ ਤਾਕਤ ਆ ਜਾਏ ਉਹਨੂੰ ਸੰਭਾਲਣਾ ਬੜਾ ਔਖਾ ਹੈ, ਤੇ ਜੇ ਕਿਤੇ ਕੋਈ ਧਾਰਮਿਕ ਰਿਧੀ ਸਿੱਧੀ ਆ ਜਾਏ ਤੇ ਫਿਰ ਹੋਰ ਸੰਭਾਲਣਾ ਬੜਾ ਔਖਾ ਹੈ। ਰਾਜਨੀਤਿਕ ਪਾਵਰ ਆ ਜਾਏ ਸੰਭਾਲਣਾ ਬੜਾ ਔਖਾ ਹੈ, ਬੰਦਾ ਝਾਟੀ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੈ। ਇਸ ਕਰਕੇ ਅਜ਼ਰ ਦਰਥ ਹੁੰਦੇ ਜਿਹੜੀ ਚੀਜ਼ ਨੂੰ ਜਰਿਆ ਨਾ ਜਾ ਸਕੇ, ਉਹਨੂੰ ਜਰਨ ਦੀ ਸਮਰੱਥਾ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵਿੱਚ ਸੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਹੀ ਦਇਆ ਦ੍ਰਿਸ਼ਟੀ ਦੇ ਨਾਲ ਭਰੇ ਰਹਿੰਦੇ ਸਨ। ਕਿਰਪਾ ਦ੍ਰਿਸ਼ਟ ਜਿਸ ਪਿਖੈ ਵਿਸ਼ੇਸ਼ੂ ਦੇਵ ਉਪਦੇਸ਼ ਨਿਕਦਨ ਕਲੇਸ਼ੂ। ਜਿਹਦੇ ਵੱਲ ਵੀ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਦੇ ਸਨ। ਅਮੈ ਦ੍ਰਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਲ। ਉਹਦੇ ਸਾਰੇ ਪਾਪਾਂ ਦੀ ਮੈਲ ਨੂੰ ਸਤਿਗੁਰੂ ਜੀ ਨਿਵਰਤ ਕਰ ਦਿੰਦੇ ਸਨ ਜਿੱਧਰ ਆਪਣੀ ਦਇਆ ਦ੍ਰਿਸ਼ਟੀ ਕਰਦੇ ਸਨ। ਕਲੀ ਕਾਲ ਅੰਧੇਰ ਗੁਬਾਰ ਤਿਨ ਦਰਸ਼ਨ ਦੀਪਕ ਉਜਿਆਰਾ। ਕਲਯੁਗ ਦਾ ਸਮਾਂ ਘੋਰ ਹਨੇਰ ਦਾ ਸਮਾਂ ਹੈ, ਅਗਿਆਨਤਾ ਦਾ ਸਮਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਦੀਵਾ ਜਗਾਓ ਤੇ ਹਨੇਰਾ ਦੂਰ ਚਲਿਆ ਜਾਂਦਾ, ਐਵੇਂ ਸਤਿਗੁਰੂ ਜੀ ਨੇ ਸ਼ਬਦ ਦਾ ਦੀਪ ਜਗਾਇਆ ਹੈ। ਧੰਨ ਧੰਨ ਸ਼੍ਰੀ ਅੰਗਦ ਰੂਪ ਜਿਨ ਕੀ ਮਹਿਮਾ ਮਹਾਨੂਪ। ਧੰਨ ਹਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਮਹਿਮਾ ਪਰੇ ਤੋਂ ਪਰੇ ਹੈ, ਅਨੂਪ ਦਰਥ ਕੇ ਜਿਹਦੀ ਕਿਸੇ ਨਾਲ ਉਪਮਾ ਹੀ ਨਹੀਂ ਕੀਤੀ ਜਾ ਸਕਦੀ। ਇਤ ਜਾਦਕ ਗੁਣ ਕਹਿ ਸਿਮਰੰਤੇ ਕੇਤਕ ਦਿਨ ਜਬ ਕੀਤ ਬਿਤੰਤੇ। ਇਸ ਤਰ੍ਹਾਂ ਗੁਰੂ ਕੇ ਸਿੱਖ ਸਤਿਗੁਰੂ ਜੀ ਦੀ ਕੀਰਤੀ ਕਰ ਰਹੇ ਨੇ ਔਰ ਯਾਦ ਕਰਦੇ ਨੇ ਸਤਿਗੁਰੂ ਜੀ ਨੂੰ। ਕੁਝ ਦਿਨ ਇਸ ਤਰ੍ਹਾਂ ਜਦੋਂ ਬਤੀਤ ਹੋ ਗਏ, ਅੰਨ ਕ੍ਰਿਤ ਮਿਸ਼ਟਾਨ ਵਿਸ਼ਾਲਾ ਕਰਿਓ ਇਕਤਰ ਸਭਨ ਤਿਸ ਕਾਲਾ। ਫਿਰ ਸਤਿਗੁਰੂ ਜੀ ਦੇ ਪਿਆਰ 'ਚ ਵੈਸੇ ਤੇ ਗੁਰੂ ਕਾ ਲੰਗਰ ਰੋਜ਼ ਹੀ ਚੱਲਦਾ ਰਹਿੰਦਾ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ, ਕਿਉਂਕਿ ਉਦੋਂ ਗੁਰਬਾਣੀ ਦਾ ਸੰਗ੍ਰਹਿ ਨਹੀਂ ਸੀ ਹੋਇਆ। ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਬੀੜ ਦੀ ਸੰਪਾਦਨਾ ਕਰ ਦਿੱਤੀ। ਉਦੋਂ ਬਾਅਦ ਆਪਾਂ ਕਹਿੰਦੇ ਗੁਰਬਾਣੀ ਦਾ ਪਾਠ ਕੀਤਾ ਜਾਏ। ਉਦੋਂ ਜਿੰਨੀ ਬਾਣੀ ਸੀ ਉਹਦਾ ਪਾਠ ਕੀਤਾ ਗਿਆ ਤੇ ਉਸ ਅਨੁਸਾਰ ਫਿਰ ਸੰਗਤਾਂ ਦੇ ਲਈ ਖੁੱਲੇ ਲੰਗਰ ਜਿਹੜੇ ਸਨ, ਵੱਡੇ ਪੱਧਰ ਤੇ ਸੰਗਤਾਂ ਇਕੱਠੀਆਂ ਹੋਈਆਂ ਨੇ,
ਉਹ ਲੰਗਰ ਵੱਡੇ ਪੱਧਰ ਤੇ ਤਿਆਰ ਕੀਤੇ ਗਏ ਹਨ। ਜਹ ਕਹਤੇ ਸਿੱਖ ਸਾਧ ਹਕਾਰੇ ਸਭ ਆਏ ਸ੍ਰੀ ਸਤਿਗੁਰ ਦੁਆਰੇ। ਜਿੱਥੇ ਜਿੱਥੇ ਵੀ ਕੋਈ ਸਾਧੂ ਸੰਤ ਸਨ ਉਹ ਬੁਲਾਏ ਗਏ ਤੇ ਲੰਗਰ ਆਦਿਕ ਛਕਾਇਆ ਗਿਆ। ਸ੍ਰੀ ਗੁਰ ਅਮਰ ਆਪ ਵਿੱਚ ਥਿਰੇ ਵਿਚ ਰਸੋਈ ਕੇ ਸ਼ੁਭ ਕਰੇ। ਸਤਿਗੁਰ ਜੀ ਆਪ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਸੇਵਾ ਵਿੱਚ ਲੱਗੇ ਨੇ, ਆਪਣੇ ਹੱਥੀ ਲੰਗਰ ਵਰਤਾ ਰਹੇ ਹਨ। ਸਭ ਪ੍ਰਕਾਰ ਕਰ ਤਿਆਰ ਆਹਾਰਾ ਅਬਰ ਸਿੱਖ ਮੇਰ ਪਾਕ ਸੁਧਾਰਾ। ਗਰੀਬ ਨਿਵਾਜ ਸਤਿਗੁਰ ਜੀ ਆਪ ਸੇਵਾ ਚ ਲੰਗਰ ਵੀ ਤਿਆਰ ਕਰ ਰਹੇ ਨੇ, ਹੋਰ ਸਿੱਖ ਵੀ ਨਾਲ ਲੱਗੇ ਨੇ। ਹਰ ਤਰੀਕੇ ਦੇ ਨਾਲ ਭੋਜਨ ਆਦਿਕ ਤਿਆਰ ਹੋ ਗਿਆ ਹੈ। ਬਹੁ ਪੰਗਤ ਇਕਸਾਰ ਬਿਠਾਈ ਲਗੇ ਪਰੋਸਨ ਕੋ ਸਮੁਦਾਈ। ਬਹੁਤ ਸਾਰੀਆਂ ਪੰਗਤਾਂ ਇਕੱਠੀਆਂ ਬਿਠਾ ਦਿੱਤੀਆਂ ਗਈਆਂ ਤੇ ਸਾਰਿਆਂ ਨੂੰ ਲੰਗਰ ਵਰਤਣਾ ਸ਼ੁਰੂ ਹੋ ਗਿਆ ਹੈ। ਸਵਾਦ ਵਿਸ਼ਾਲ ਅਚੇ ਸਭ ਸੰਗਤ ਬੈਠ ਬੈਠ ਕਰ ਆਪਣੀ ਪੰਗਤ। ਬੇਅੰਤ ਸੰਗਤ ਬੈਠ ਕੇ ਪ੍ਰਸ਼ਾਦ ਪਾਣੀ ਛਕ ਰਹੀ ਹੈ। ਜਿੱਥੇ ਜਿੱਥੇ ਕੋ ਬੈਠਾ ਹੈ ਉਸ ਪੰਗਤ ਵਿੱਚ ਸਾਰੀਆਂ ਚੀਜ਼ਾਂ ਵਰਤਾਈਆਂ ਗਈਆਂ ਹਨ। ਸਭ ਤ੍ਰਿਪਤੇ ਅਚ ਸਵਾਦ ਆਹਾਰਾ ਕੀਨ ਸੇਨ ਗੁਰਪੁਰਬ ਉਦਾਰਾ। ਸਾਰੇ ਹੀ ਬੜੇ ਤ੍ਰਿਪਤ ਹੋਏ ਔਰ ਜਿਹੜੇ ਬਾਹਰੋਂ ਸਾਧੂ ਸੰਤ ਆਏ ਸਨ ਉਹਨਾਂ ਨੇ ਗੁਰੂ ਕੀ ਕੀਰਤੀ ਕਰਦਿਆਂ ਕਿਹਾ ਵੀ ਸਤਿਗੁਰੂ ਜੀ ਦੇ ਪਿਆਰ 'ਚ ਬਹੁਤ ਵੱਡਾ ਇਹ ਉਦਮ ਕੀਤਾ ਹੈ ਸੰਗਤਾਂ ਨੇ। ਸ਼੍ਰੀ ਅੰਗਦ ਗੁਰ ਸਿਮਰਨ ਕਰ ਕਰ ਬੰਦਤ ਕਰ ਬੰਦੈ ਸਿਰ ਧਰ ਧਰ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਚੇਤੇ ਕਰ ਕਰਕੇ ਸਾਰੇ ਹੀ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਕਰਦੇ ਹਨ। ਸ਼੍ਰੀ ਨਾਨਕ ਕੋ ਲੈ ਕਰ ਨਾਮਾ ਕਰ ਅਰਦਾਸ ਸਰਬ ਅਬਿਰਾਮਾ। ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਕੇ ਅਰਦਾਸ ਕੀਤੀ ਕਿ ਗੁਰੂ ਚਰਨਾਂ 'ਚ ਤੇ ਸਾਰੇ ਕਾਰਜ ਦੀ ਸੰਪੂਰਨਤਾ ਕੀਤੀ ਗਈ ਹੈ। ਮਸਤਕ ਟੇਕਤ ਸੰਗਤ ਸਾਰੀ ਕਰ ਉਤਸ਼ਾਹ ਮਿਲੀ ਤਿਸ ਬਾਰੀ। ਸਾਰੀ ਸੰਗਤ ਨੇ ਮਿਲ ਕੇ ਅਰਦਾਸ ਕੀਤੀ, ਮਸਤਕ ਝੁਕਾਇਆ ਔਰ ਸਾਰੇ ਸੰਗਤਾਂ 'ਚ ਜਿੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਾ ਵੈਰਾਗ ਤਾਂ ਹੈ ਹੀ ਹੈ, ਪਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨੇ, ਇਸ ਗੱਲ ਦੀ ਪ੍ਰਸੰਨਤਾ ਵੀ ਹੈ। ਦਾਸੂ ਅਰਦਾ ਤੂ ਕੇ ਮਨ ਕੀ ਲਖ ਸ਼੍ਰੀ ਅਮਰ ਗੁਰੂ ਬਿਦ ਇਨ ਕੀ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਿਆ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਉਹਨਾਂ ਦੇ ਮਨ ਦੀ ਅਵਸਥਾ ਨੂੰ ਜਾਣਦੇ ਆ। ਵੈਸੇ ਵੀ ਗੁਰੂ ਅੰਗਦ ਦੇਵ ਜੀ ਹੁਕਮ ਕਰ ਗਏ ਸਨ, ਪੁਰਖਾ ਇੱਥੇ ਨਹੀਂ ਰਹਿਣਾ, ਗੋਇੰਦਵਾਲ ਚਲਿਆ ਜਾ, ਇੱਥੇ ਤੇਰਾ ਕੁਝ ਨਹੀਂ ਹੈ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਤੋਂ ਚੱਲ ਪਏ ਗੋਇੰਦਵਾਲ ਸਾਹਿਬ ਨੂੰ। ਹੋਏ ਨਮਰ ਪਦ ਕਰ ਕਰ ਨਮੋ ਪੰਗ ਸੰਗਤ ਭਈ ਸੰਗ ਤੇ ਸਮੋ। ਔਰ ਬੜੀ ਨਿਮਰਤਾ ਦੇ ਨਾਲ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦੇ ਇਸ ਸਥਾਨ ਨੂੰ ਸਤਿਗੁਰੂ ਜੀ ਚੱਲੇ ਤੇ ਜਿੰਨੀ ਸੰਗਤ ਸੀ ਸਾਰੀ ਚੱਲ ਪਈ। ਹੁਣ ਸੰਗਤ ਤਾਂ ਗੁਰੂ ਕਰਕੇ ਹੀ ਸੀ, ਜਿੱਥੇ ਸਤਿਗੁਰੂ ਜੀ ਜਾਂਦੇ ਨੇ ਸੰਗਤ ਤੇ ਉੱਥੇ ਹੀ ਜੁੜਨੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰਤਾਰਪੁਰ ਵਿੱਚ ਸਨ, ਉੱਥੇ ਸੰਗਤਾਂ ਜੁੜਦੀਆਂ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਫੇਰ ਵਸਾਇਆ ਫੇਰੂਆਣ ਸਤਿਗੁਰੂ ਖੰਡੂਰ ਨਗਰ ਵਿੱਚ ਆ ਕੇ ਗੁਰੂ ਕੀ ਸੰਗਤਾਂ ਦੀ ਇਕੱਠ ਉੱਥੇ ਹੋਣੇ ਸ਼ੁਰੂ ਹੋ ਗਏ, ਉੱਥੇ ਦੀਵਾਨ ਸੱਜਣੇ ਸ਼ੁਰੂ ਹੋ ਗਏ। ਹੁਣ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਗੁਰੂ ਅੰਗਦ ਅਮਰਦਾਸ ਜੀ ਮਹਾਰਾਜ ਗੁਰਗੱਦੀ ਤੇ ਬੈਠੇ ਨੇ, ਉਹ ਗੋਇੰਦਵਾਲ ਸਾਹਿਬ ਨੂੰ ਚੱਲ ਪਏ ਤੇ ਗੁਰੂ ਕੀ ਸੰਗਤ ਗੁਰੂ ਕੇ ਹਜ਼ੂਰ ਨਾਲ ਹੀ ਤੁਰ ਪਈ ਹੈ ਗੋਇੰਦਵਾਲ ਸਾਹਿਬ ਨੂੰ। ਗੋਇੰਦਵਾਲ ਪੰਥ ਚੱਲ ਪਰੇ ਮੁਖ ਡੂਰ ਦਿਸ ਤਿਸ ਬਿਦ ਕਰੇ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਿਵੇਂ ਸੁਭਾਵ ਸੀ, ਨੇਮ ਸੀ, ਜਦੋਂ ਉਹ ਖਡੂਰ ਸਾਹਿਬ ਤੋਂ ਗੋਇੰਦਵਾਲ ਨੂੰ ਜਾਂਦੇ ਸਨ ਤੇ ਉਹ ਪਿੱਠ ਨਹੀਂ ਸਨ ਕਰਦੇ, ਮੁਖ ਗੋਇੰਦਵਾਲ ਰੱਖ ਵੱਲ ਕਰਕੇ ਪੁੱਠੇ ਪੈਰੀ ਮੁਖ ਖਡੂਰ ਸਾਹਿਬ ਜੀ ਵੱਲ ਰੱਖ ਕੇ ਤੇ ਪੁੱਠੇ ਪੈਰੀ ਚੱਲਦੇ ਸਨ। ਅੱਧ ਤੱਕ ਤਕਰੀਬਨ ਇਹ ਸਫ਼ਰ ਕਰਦੇ ਸਨ। ਪਾਸ਼ਲ ਦਿਸ਼ਾ ਗਮਨ ਤੇ ਜਾਏ ਸੀ ਪ੍ਰਕਾਰ ਪਹੁੰਚ ਤਿਸ ਥਾਏ। ਇਸ ਤਰ੍ਹਾਂ ਚਲਦਿਆਂ ਚਲਦਿਆਂ ਉਸ ਸਥਾਨ ਤੇ ਪਹੁੰਚ ਗਏ। ਜਦੋਂ ਕਦੀ ਤੁਸੀਂ ਜਾਓ ਗੋਇੰਦਵਾਲ ਸਾਹਿਬ ਤੋਂ ਖਡੂਰਵਾਰ ਨੂੰ ਸਾਹਿਬ ਨੂੰ ਜਾਂਦੇ ਰਸਤੇ 'ਚ ਉਹ ਸਥਾਨ ਬਣਿਆ ਹੋਇਆ, ਉੱਥੇ ਜਾ ਕੇ ਅਰਦਾਸ ਕਰਦੇ ਸਨ, ਫਿਰ ਗੋਇੰਦਵਾਲ ਸਾਹਿਬ ਜੀ ਨੂੰ ਆਪਣਾ ਮੁਖ ਕਰ ਲੈਂਦੇ ਸਨ। ਸ਼੍ਰੀ ਅੰਗਦ ਕੋ ਸਿਮਰਨ ਕਰਕੇ ਮਸਤਕ ਧਰਨੀ ਪਰ ਨਿਜ ਧਰ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਕੇ ਅਰਦਾਸ ਕਰਕੇ ਇੱਥੇ ਧਰਤੀ ਤੇ ਮਸਤਕ ਝੁਕਾਇਆ, ਖਡੂਰ ਸਾਹਿਬ ਜੀ ਵੱਲ ਨੂੰ ਨਮਸਕਾਰ ਕੀਤੀ ਹੈ। ਨਮਸਕਾਰ ਕਰ ਪ੍ਰੇਮ ਪ੍ਰਵੀਨ ਗੋਇੰਦਵਾਲ ਦਿਸ਼ਾ ਮੁਖ ਕੀਨ। ਨਮਸਕਾਰ ਕਰਕੇ ਫਿਰ ਗੋਇੰਦਵਾਲ ਸਾਹਿਬ ਜੀ ਵੱਲ ਨੂੰ ਆਪਣਾ ਮੁਖ ਕਰ ਲਿਆ ਸਤਿਗੁਰੂ ਜੀ ਨੇ। ਜਾਏ ਆਪਨੇ ਸਦਨ ਬਿਰਾਜੇ ਗੁਰ ਤਾਗਾਦੀ ਪਰ ਸ਼ੁਭ ਸਾਜੇ। ਆਪਣੇ ਘਰ ਜਾ ਕੇ ਬਿਰਾਜਮਾਨ ਹੋ ਗਏ। ਹੁਣ ਗੁਰਤਾ ਗੱਦੀ ਦੀ ਜੋ ਜ਼ਿੰਮੇਵਾਰੀ ਹੈ ਉਹ ਆਪ ਜੀ ਦੇ ਉੱਪਰ ਆ ਪਈ ਹੈ, ਆਪ ਜੀ ਉਹ ਸੇਵਾ ਨਿਭਾ ਰਹੇ ਹਨ। 16 ਸ਼ੈ ਸੰਮਤ ਹੁਤੋ ਨੌ ਉਪਰ ਤਿਸ ਜਾਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ 1609 ਸੰਮਤ
ਬਿਕਰਮੀ ਸੰਮਤ ਦੀ ਇਹ ਗੱਲ ਕਰ ਰਹੇ ਨੇ। ਇਹ ਟਾਈਮ ਸੀ ਚੇਤ ਸੁਧੀ ਤਿਥ ਚੌਥ ਤਬ ਸ਼੍ਰੀ ਅੰਗਦ ਪ੍ਰਸਥਾਨ। ਚੇਤ ਸੁਦੀ ਚੌਥ ਦਾ ਦਿਨ ਸੀ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਦ ਜੋਤੀ ਜੋਤ ਸਮਾਏ ਹਨ। ਤ੍ਰੇਹਣ ਕੁਲ ਬਾਹਜ ਬਰਨ ਫੇਰੂ ਪਿਤਾ ਸੁਭਾਗ। ਤ੍ਰੇਹਣ ਕੁਲ ਦੇ ਵਿੱਚ ਆਪ ਜੀ ਜਨਮੇ ਸਨ। ਬਾਹਜ ਇਹਨਾਂ ਦਾ ਕੋ ਵਰਣ ਸੀ ਔਰ ਇਹਨਾਂ ਦੇ ਪਿਤਾ ਜੀ ਸਨ ਬਾਬਾ ਫੇਰੂ ਜੀ। ਸਬਰਾਈ ਮਾਤਾ ਹੁਤੀ ਸ਼੍ਰੀ ਅੰਗਦ ਸੁਖ ਬਾਗ। ਸਤਿਕਾਰਯੋਗ ਮਾਤਾ ਜੀ ਸਨ ਸਬਰਾਈ ਜੀ। ਉਹਨਾਂ ਦੇ ਘਰ 'ਚ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ। ਭਾਈ ਲਹਿਣਾ ਜੀ ਇਹਨਾਂ ਦਾ ਪਹਿਲਾ ਨਾਮ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਅੰਗਦ ਦੇਵ ਜੀ ਬਣਾ ਦਿੱਤਾ। ਖੀਵੀ ਨਾਮ ਸੁਪਾਰਜਾ ਪਤਵ੍ਰਤ ਧਰਮ ਸਦੀਵ। ਇਹਨਾਂ ਦੀ ਪਤਨੀ ਮਾਤਾ ਖੀਵੀ ਜੀ ਜਿਹੜੇ ਬੜੇ ਪਤਿਵਰਤ ਧਰਮ ਵਿੱਚ ਸਦਾ ਕਾਇਮ ਰਹੇ, ਜਿਨ੍ਹਾਂ ਨੇ ਸੰਗਤਾਂ ਦੀ ਬਹੁਤ ਭਾਰੀ ਸੇਵਾ ਕੀਤੀ। ਦਾਸੂ ਦਾਤੂ ਪੁੱਤਰ ਦੋਹੇ ਮਹਾ ਸ਼ਗਤ ਦੋਤ ਥੀਵ। ਦੋ ਪੁੱਤਰ ਸਨ ਦਾਤੂ ਜੀ ਅਤੇ ਦਾਸੂ ਜੀ। ਸੋ ਇਹ ਉਹਨਾਂ ਦੇ ਦੋ ਬੇਟੇ ਸਨ। ਸੰਮਤ ਦੁਆਦਸ ਮਾਸ ਖਟ 9 ਦਿਨ ਉਪਰ ਚੀਨ। ਇਹਨਾਂ ਦੀ ਬੇਟੀ ਅਮਰੋ ਵੀ ਸੀ, ਜਿਹਦਾ ਜ਼ਿਕਰ ਇੱਥੇ ਭਾਈ ਸਾਹਿਬ ਜੀ ਨੇ ਨਹੀਂ ਕੀਤਾ, ਜਿਹੜੀ ਬਾਸਰ ਕੇ ਨਗਰ 'ਚ ਧੰਨ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਸੋ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਮਤ ਦੁਆਦਸ ਮਾਸ ਖਟ, ਦੁਆਦਸ ਦਾ ਅਰਥ ਹੁੰਦਾ 12, ਖਟ ਦਾ ਅਰਥ ਹੁੰਦਾ 6, ਔਰ 12 ਸਾਲ 9 ਮਹੀਨੇ 6 ਮਹੀਨੇ ਤੇ 9 ਦਿਨ ਗੁਰਤਾ ਗੱਦੀ ਤੇ ਸਵਾਇਮਾਨ ਹੋ ਕੇ ਇਹ ਜ਼ਿੰਮੇਵਾਰੀ ਨਿਭਾਈ, ਸੇਵਾ ਕੀਤੀ। ਗੁਰਤਾ ਗਾਦੀ ਪਰ ਥਿਰੇ ਅੰਗਦ ਗੁਰੂ ਪ੍ਰਭੀਨ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਤਰ੍ਹਾਂ 12 ਸਾਲ 6 ਮਹੀਨੇ 9 ਦਿਨ ਗੁਰਤਾ ਗੱਦੀ ਤੇ ਟਿਕ ਕੇ ਗੁਰਮਤਿ ਦੀ ਪ੍ਰਚਾਰ ਪ੍ਰਸਾਰ ਦੀ ਸੇਵਾ ਕਰਦੇ ਰਹੇ। ਪੜ੍ਹੇ ਸੁਨੇ ਇਤਿਹਾਸ ਕੋ ਆਸ਼ਾ ਪੂਰਨ ਹੋਏ। ਕਵੀ ਜੀ ਕਹਿੰਦੇ ਗੁਰੂ ਕਾ ਇਤਿਹਾਸ ਜਿਹੜਾ ਵੀ ਪੜ੍ਹਦਾ ਹੈ, ਦੇਖੋ ਇਤਿਹਾਸ ਬੜਾ ਮਹਾਨ ਹੈ ਗੁਰਮਤਿ ਦਾ। ਗੁਰੂ ਕਾ ਇਤਿਹਾਸ ਪੜ੍ਹਨ ਦਾ ਅਰਥ ਕੀ ਹੈ? ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਾ ਦਿੰਦੀਆਂ ਨੇ। ਪੁੱਤਰਾਂ ਤੋਂ ਸੁਪੁੱਤਰ, ਅਸੀਂ ਪੁੱਤਰ ਤਾਂ ਹਾਂ ਪਰ ਸਾਰੇ ਸੁਪੁੱਤਰ ਨਹੀਂ, ਕਈ ਕੁਪੁੱਤਰ ਵੀ ਹੁੰਦੇ ਨੇ। ਸੁਪੁੱਤਰ ਉਦੋਂ ਬਣਦੇ ਆ ਜਦੋਂ ਸਾਨੂੰ ਜ਼ਿੰਦਗੀ ਦੇ ਫਰਜ਼ ਦਾ ਪਤਾ ਲੱਗਦਾ ਹੈ। ਸਾਡਾ ਮਾਤਾ ਪਿਤਾ ਪ੍ਰਤੀ, ਸਾਡਾ ਸਮਾਜ ਪ੍ਰਤੀ, ਸਾਡਾ ਇਸ ਧਰਤੀ ਪ੍ਰਤੀ ਫਰਜ਼ ਕੀ ਹੈ। ਗੁਰਬਾਣੀ 'ਚ ਇੱਕ ਬਚਨ ਲਿਖਿਆ ਸਤਿਗੁਰੂ ਜੀ ਨੇ, ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਤਨੋ ਸੌਤ ਵਿਧਾਤਾ। ਸੌਤ ਦਾ ਅਰਥ ਹੁੰਦਾ ਔਲਾਦ ਵਾਲਾ। ਹੁਣ ਅਸੀਂ ਤੇ ਸਾਰੇ ਵੈਸੇ ਰੱਬ ਦੇ ਬੱਚੇ ਆ, ਪਰ ਕਈ ਵਾਰਾਂ ਪਤਾ ਕੀ ਹੁੰਦਾ ਹੈ, ਕਈ ਬੱਚੇ ਹੁੰਦੇ ਨੇ ਮਾਂ ਪਿਓ ਇੰਨੇ ਉਹਨਾਂ ਤੋਂ ਪਰੇਸ਼ਾਨ ਹੋ ਜਾਂਦੇ ਨੇ ਜਾਂ ਉਹ ਮਾਂ ਪਿਓ ਨੂੰ ਇੰਨਾ ਤੰਗ ਕਰਦੇ ਨੇ, ਕਈ ਵਾਰਾਂ ਮਾਂ ਪਿਓ ਕਹਿ ਦਿੰਦਾ ਕਿ ਤੂੰ ਹੋਇਆ ਨਾ ਹੋਇਆ ਇੱਕ ਬਰਾਬਰ ਹੀ ਹੈ, ਤੇਰਾ ਸਾਨੂੰ ਕੀ ਸੁੱਖ ਹੈ। ਤੂੰ ਹੋਇਆ ਨਾ ਹੋਇਆ ਇੱਕ ਬਰਾਬਰ ਹੀ ਹੈ, ਤੇਰਾ ਸਾਨੂੰ ਸੁੱਖ ਕੀ ਹੈ। ਔਰ ਕੁਝ ਉਹ ਹੁੰਦੇ ਨੇ ਜਿਹੜੇ ਸੁਪੁੱਤਰ ਹੁੰਦੇ ਨੇ, ਜਿਨ੍ਹਾਂ ਤੇ ਮਾਂ ਬਾਪ ਮਾਣ ਕਰਦੇ ਨੇ। ਇਸ ਕਰਕੇ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਨੇ ਰੱਬ ਨੂੰ ਸੌਤ ਬਣਾ ਦਿੱਤਾ, ਉਹ ਰੱਬ ਦੇ ਸੁਪੁੱਤਰ ਬਣ ਗਏ, ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਗਏ। ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਚਰਚਾ ਕਰ ਰਹੇ ਨੇ ਭਾਈ ਸਾਹਿਬ ਜੀ, ਕਿ ਉਹ ਗੁਰਤਾ ਗੱਦੀ ਤੇ ਬੈਠੇ, ਉਹਨਾਂ ਨੇ ਮਨੁੱਖਤਾ ਦੀ ਬੜੀ ਭਾਰੀ ਸੇਵਾ ਕੀਤੀ। ਬਾਬਾ ਅਮਰੂ ਜੀ ਦੇ ਨਾਮ, ਬਾਬਾ ਫੇਰੂ ਜੀ ਦੇ ਨਾਮ ਨੂੰ ਉਹਨਾਂ ਨੇ ਮਹਾਨ ਬਣਾ ਦਿੱਤਾ। ਜਿਹੜਾ ਵੀ ਇਸ ਕਥਾ ਨੂੰ ਪੜ੍ਹੇਗਾ, ਸਵਾਲ ਸੀ ਕਿ ਕਥਾ ਪੜ੍ਹਨ ਸੁਣਨ ਨਾਲ ਕੀ ਹੁੰਦਾ ਹੈ। ਅਸੀਂ ਪੁੱਤਰਾਂ ਤੋਂ ਸੁਪੁੱਤਰ ਬਣ ਜਾਂਦੇ ਹਾਂ। ਬਜ਼ੁਰਗਾਂ ਦੀਆਂ ਕਥਾ ਕਹਾਣੀਆਂ, ਗੁਰੂ ਸਾਹਿਬਾਂ ਦੀਆਂ, ਸੰਤਾਂ ਮਹਾਂਪੁਰਖਾਂ ਦੀਆਂ ਗਾਥਾਵਾਂ ਪੜ੍ਹ ਕੇ ਸਾਡੇ ਅੰਦਰ ਵੀ ਉਹ ਜੀਵਨ ਜਿਉਣ ਦਾ ਚਾਹ ਪੈਦਾ ਹੁੰਦਾ ਹੈ। ਸਾਡੇ ਬਜ਼ੁਰਗਾਂ ਨੇ, ਵੱਡਿਆਂ ਵਡੇਰਿਆਂ ਨੇ, ਗੁਰੂ ਸਾਹਿਬਾਂ ਨੇ ਇਹ ਜਗਤ ਵਿੱਚ ਆ ਕੇ, ਇਹ ਜਗ ਜਿਹੜਾ ਸਮੁੰਦਰ ਹੈ, ਇਹ ਜਗਤ ਜਿੱਥੇ ਮਾਇਆ ਦੇ ਝੱਖੜ ਝੁੱਲ ਰਹੇ ਨੇ, ਇਹਦੇ ਵਿੱਚ ਆ ਕੇ ਕਿਵੇਂ ਨਰਲੇ ਜ਼ਿੰਦਗੀ ਬਤੀਤ ਕੀਤੀ ਹੈ, ਕਿਵੇਂ ਮੋਹ ਮਾਇਆ ਤੋਂ ਉੱਚੇ ਉੱਠ ਕੇ ਮਨੁੱਖਤਾ ਤੇ ਪਰਉਪਕਾਰ ਕੀਤੇ ਨੇ। ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਾਨੂੰ ਉਹ ਜੀਵਨ ਜਾਂਚ ਮਿਲਦੀ ਹੈ। ਪੁਰਾਣੇ ਇਤਿਹਾਸ ਤੋਂ ਅੱਗੇ ਨਵਾਂ ਇਤਿਹਾਸ ਬਣਦਾ ਹੈ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਜਿਹੜਾ ਇਤਿਹਾਸ ਪੜ੍ਹੇਗਾ ਗੁਰੂ ਕਾ, ਵੀ ਜਿਹੜਾ ਪੜ੍ਹੇਗਾ ਸੁਣੇਗਾ, ਉਹਦੇ ਤੇ ਅਸਰ ਤੇ ਜ਼ਰੂਰ ਹੋਏਗਾ ਨਾ, ਉਹਦਾ ਜੀਵਨ ਸਫਲ ਹੋਵੇਗਾ। ਅਬ ਸ਼੍ਰੀ ਸਤਿਗੁਰ ਅਮਰ ਕੀ ਕਥਾ ਕਹੋ ਰੁਚ ਠਾਨ। ਕਵੀ ਜੀ ਕਹਿੰਦੇ ਆਓ ਭਾਈ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਕਥਾ ਸੁਣਾਈਏ। ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਸਤਿਗੁਰੂ ਜੀ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਕੀਰਤੀ ਕਰਦੇ ਆ ਭੱਟ ਕਹਿੰਦੇ ਨੇ, ਅਮਰਦਾਸ ਪਰਸੀਏ ਉਹਮ ਪਾਤਕ ਬਨਾਸੈ, ਅਮਰਦਾਸ ਪਰਸੀਏ ਸਿਧ ਸਾਧਕ ਅਸਾਸੈ।
ਉਹ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਪਰਸਨ ਦੇ ਨਾਲ ਪ੍ਰਿਥਵੀ ਦੇ ਉੱਪਰੋਂ ਪਾਪ ਖਤਮ ਹੋ ਜਾਂਦੇ ਨੇ, ਰਿੱਧੀਆਂ ਸਿੱਧੀਆਂ ਮਿਲ ਜਾਂਦੇ ਨੇ, ਮਨੁੱਖ ਦਾ ਧਿਆਨ ਪ੍ਰਮਾਤਮਾ ਦੇ ਪਿਆਰ ਜੁੜ ਜਾਂਦਾ। ਜਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੇ ਮਿਲੇ। ਇੰਨੇ ਪਦਾਰਥ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦੀਦਾਰ ਕੀਤਿਆਂ ਮਿਲ ਜਾਂਦੇ ਨੇ। ਉਹ ਸਤਿਗੁਰੂ ਜੀ ਦੀ ਕਥਾ ਕਵੀ ਜੀ ਕਹਿੰਦੇ ਆਪ ਜੀ ਨੂੰ ਸੁਣਾਉਂਦੇ ਹਾਂ। ਸਰੋਤਾ ਸੁਨੋ ਪ੍ਰਸੰਨ ਹੈ ਦੇ ਸੁਖੀ ਮੁਝ ਦਾਨ। ਕਵੀ ਜੀ ਕਹਿੰਦੇ ਸਰੋਤਾ ਜਨੋ ਪਿਆਰ ਦੇ ਨਾਲ ਸਰਵਣ ਕਰੋ, ਪਰ ਮੇਰੇ ਤੇ ਇੱਕ ਜ਼ਰੂਰ ਰਹਿਮਤ ਕਰਿਓ, ਮੈਨੂੰ ਸਿੱਖੀ ਦੀ ਦਾਤ ਮਿਲ ਜਾਏ। ਸਿੱਖੀ ਕਿੰਨੀ ਮਹਾਨ ਹੈ। ਗੁਰਸਿੱਖ ਜਦੋਂ ਵੀ ਗੁਰੂ ਕੋਲੋਂ ਜਾਚਨਾ ਕਰਦਾ ਹੈ ਨਾ, ਕਹਿੰਦਾ ਕਿ ਮੈਨੂੰ ਸਭ ਤੋਂ ਵੱਡਾ ਦਾਨ ਜੋ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ ਉਹਨਾਂ ਦੀ ਅਸੀਂ ਕੀਰਤੀ ਕਰਦੇ ਹਾਂ। ਰੋਜ਼ ਅਰਦਾਸ ਕਰਦੇ ਜਿਹਨਾਂ ਸਿੱਖੀ ਸਦਕੇ ਸਵਾਸਾਂ ਸੰਗ ਨਿਭਾਇਆ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜੀ। ਗੁਰੂ ਦੇ ਦਰ ਤੇ ਜਦੋਂ ਸਿੱਖ ਆਉਂਦਾ ਸੀ ਨਾ, ਭਾਈ ਮੰਝ ਜੀ ਆਏ। ਭਾਈ ਮੰਝ ਜੀ ਨੇ ਬੜੀ ਸੇਵਾ ਕੀਤੀ। ਭਾਈ ਮੰਝ ਜੀ ਆਪਣੇ ਇਲਾਕੇ 'ਚ ਬੜੇ ਮੰਨੇ ਪ੍ਰਮੰਨੇ ਸਨ। ਸਖੀ ਸਰਵਰ ਦੇ ਉਪਾਸਕ, ਇਲਾਕੇ ਦੇ ਚੌਧਰੀ, ਸਖੀ ਸਰਵਰ ਦੇ ਸ਼ਰਧਾਲੂਆਂ ਦੇ ਆਗੂ ਮੁਖੀ ਗਿਣੇ ਜਾਂਦੇ ਸਨ। ਬੜਾ ਉਹਨਾਂ ਦਾ ਪ੍ਰਭਾਵ ਸੀ ਇਲਾਕੇ 'ਚ। ਪਰ ਜਦੋਂ ਗੁਰਮਤਿ ਦਾ ਗਿਆਨ ਹੋਇਆ, ਗੁਰਮਤਿ ਦੀ ਸੋਝੀ ਹੋਈ, ਪਿਆਰ ਜਾਗਿਆ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਮੋਕੋ ਸਿੱਖੀ ਦਿਓ ਮਹਾਨੀ। ਇਹ ਸਿੱਖੀ ਮਹਾਨ ਹੈ ਨਾ ਜਿਹੜੀ, ਇਹ ਮੈਨੂੰ ਦੇ ਦਿਓ, ਬਖਸ਼ਿਸ਼ ਕਰ ਦਿਓ। ਸਿੱਖੀ ਮਹਾਨ ਹੈ। ਹੋਰ ਵੀ ਬੜੀਆਂ ਗਾਥਾਵਾਂ ਨੇ। ਜਦੋਂ ਸਿੱਖ ਗੁਰੂ ਦੇ ਦਰ ਤੇ ਇੱਕੋ ਹੀ ਗੱਲ ਮੰਗਦਾ ਹੈ ਕਿ ਮੈਨੂੰ ਸਿੱਖੀ ਮਿਲਣੀ ਚਾਹੀਦੀ ਹੈ, ਸਿੱਖ ਦਾ ਸਭ ਕੁਝ ਚਲਿਆ ਜਾਏ। ਭਾਈ ਮਤੀ ਦਾਸ ਜੀ ਨੂੰ ਜਲਾਦ ਕਹਿੰਦਾ ਹੈ, ਜੇ ਤੇ ਸਿੱਖੀ ਨਾਲ ਜੁੜਨਾ ਹੈ, ਜੇ ਆਓ ਸਤਿਗੁਰੂ ਜੀ ਦੇ ਨਾਲ ਹੀ ਜੁੜਨਾ ਹੈ, ਫਿਰ ਤੈਨੂੰ ਆਰੇ ਨਾਲ ਹੀ ਚੀਰ ਦਿੱਤਾ ਜਾਏਗਾ। ਜੇ ਸਾਡੀ ਗੱਲ ਮੰਨ ਕੇ ਸਿੱਖੀ ਤੋਂ ਬੇਮੁਖ ਹੋ ਜਾਏਗਾ, ਸਾਡੇ ਮਗਰ ਚੱਲ ਪਏਗਾ, ਨਵਾਬੀਆਂ ਮਿਲਣਗੀਆਂ, ਤੈਨੂੰ ਦੁਨਿਆਵੀ ਜ਼ਗੀਰਾਂ ਮਿਲਣਗੀਆਂ। ਇਹ ਭਾਈ ਸਾਹਿਬ ਜੀ ਨੇ ਕੋਈ ਗੱਲ ਕਹੀ ਸੀ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਸਾਡੇ ਬਜ਼ੁਰਗਾਂ ਨੇ, ਤੁਸੀਂ ਬਹੁਤ ਸਾਰੇ ਬਜ਼ੁਰਗ ਜਾਣਦੇ ਹੋ, ਵੱਡੇ ਹੋ, ਸਾਡੇ ਬਜ਼ੁਰਗਾਂ ਦੀਆਂ ਵੱਡੀਆਂ ਜਾਇਦਾਦਾਂ ਸਨ ਪਾਕਿਸਤਾਨ ਦੇ ਵਿੱਚ। ਬਹੁਤ ਤਗੜੇ ਕਾਰੋਬਾਰ ਸਨ ਔਰ ਉਹਨਾਂ ਨੇ 12 'ਚ ਜਾ ਕੇ ਚੰਗੀਆਂ ਮੱਲਾਂ ਮਾਰੀਆਂ ਸਨ। ਲੇਕਿਨ ਉਹਨਾਂ 12 ਨੂੰ ਛੱਡ ਕਿਉਂ ਦਿੱਤਾ? ਕਿ ਸਾਡੀ ਸਿੱਖੀ ਮਹਿਫੂਜ਼ ਰਹਿਣੀ ਚਾਹੀਦੀ ਹੈ। ਹੈਰਾਨੀ ਇਹ ਹੁੰਦੀ ਹੈ ਕਿ ਅਸੀਂ ਸਭ ਕੁਝ ਛੱਡ ਦਿੱਤਾ ਸਿੱਖੀ ਨੂੰ ਕਾਇਮ ਰੱਖਣ ਦੇ ਲਈ। ਬਜ਼ੁਰਗਾਂ ਨੇ ਸਭ ਕੁਝ ਛੱਡ ਦਿੱਤਾ ਸਿੱਖੀ ਨੂੰ ਕਾਇਮ ਰੱਖਣ ਦੇ ਲਈ। ਹੁਣ ਤੇ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ, ਸਭ ਕੁਝ ਹੁੰਦੇ। ਹੁਣ ਸਿੱਖੀ ਨੂੰ ਛੱਡੀ ਜਾ ਰਹੇ ਹਾਂ, ਹੁਣ ਸਿੱਖੀ ਨੂੰ ਤਲਾਂਜਲੀ ਦੇਈ ਜਾ ਰਹੇ ਹਾਂ। ਆਪਾਂ ਦੇਖਦੇ ਹਾਂ ਆਲੇ ਦੁਆਲੇ ਨਜ਼ਰ ਮਾਰ ਕੇ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਨੇ। ਉਹ ਬੱਚਿਆਂ ਦਾ ਕਸੂਰ ਨਹੀਂ ਹੈ। ਦਰਅਸਲ ਅਸੀਂ ਉਹਨਾਂ ਦੇ ਸਾਹਮਣੇ ਰੋਲ ਮਾਡਲ ਨਹੀਂ ਬਣ ਸਕੇ। ਅਸੀਂ ਬੱਚਿਆਂ ਨੂੰ ਸਿੱਖੀ ਦੀ ਮਹਾਨਤਾ ਨਹੀਂ ਦਰਸਾ ਸਕੇ। ਆਉਣ ਵਾਲਾ ਇਤਿਹਾਸ ਹਮੇਸ਼ਾ ਸਾਡੇ ਤੇ ਸਵਾਲ ਕਰੇਗਾ, ਹਮੇਸ਼ਾ ਸਾਨੂੰ ਤਾਨੇ ਮਾਰੇਗਾ ਕਿ ਅਸੀਂ ਆਪਣੀਆਂ ਪੀੜ੍ਹੀਆਂ ਨੂੰ, ਆਪਣੇ ਬੱਚਿਆਂ ਨੂੰ ਸਿੱਖੀ ਦੀ ਮਹਾਨਤਾ ਹੀ ਨਹੀਂ ਦੱਸ ਸਕੇ। ਅਸੀਂ ਤੇ ਆਪਣੇ ਬੱਚਿਆਂ ਨੂੰ ਬੋਲੀ ਵਾਲੀ ਨਹੀਂ ਲਾਉਂਦੇ ਤੇ ਸਿੱਖੀ ਦੱਸਣਾ ਤੇ ਕਿਤੇ ਦੀ ਗੱਲ ਹੈ। ਸਾਡੇ ਬੱਚੇ ਸਿੱਖੀ ਤੋਂ ਦੂਰ, ਬੋਲੀ ਤੋਂ ਦੂਰ ਤੁਰੇ ਜਾ ਰਹੇ ਨੇ। ਇਹਦੇ ਲਈ ਕਸੂਰਵਾਰ ਅਸੀਂ ਗਿਣੇ ਜਾਵਾਂਗੇ। 100 ਅਸੀਂ ਕਿਸੇ ਨੂੰ ਕਹੀ ਜੀ ਫਲਾਣੀ ਏਜੰਸੀ ਇਹ ਕਰਦੀ ਹੈ, ਫਲਾਣੀ ਗੌਰਮੈਂਟ ਇਹ ਕਰਦੀ ਹੈ। ਹੈਰਾਨ ਹੋਵੋਗੇ। ਕਦੀ ਪਾਕਿਸਤਾਨ ਜਾਓ ਨਾ, ਪਿਸ਼ਾਵਰ ਦੇ ਇਲਾਕੇ 'ਚ ਜਾਓ, ਸਿੰਧ ਦੇ ਇਲਾਕੇ ਜਾਓ, ਜਿਹੜੇ ਇਲਾਕੇ ਛੱਡ ਆਏ ਆ ਉੱਥੇ ਸਿੱਖ ਸੰਗਤਾਂ ਬੈਠੀਆਂ ਨੇ ਜੇ, ਪਰ ਉਹਨਾਂ ਨੇ ਸਿੱਖੀ ਨੂੰ ਬੜਾ ਸੰਭਾਲਿਆ। ਬੜੇ ਬੜੇ ਸੋਹਣੇ ਗੁਰਦੁਆਰੇ ਬਣਾਏ। 2 ਕੁ ਸਾਲ ਪਹਿਲਾਂ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਸਿੰਧ ਦੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਬੁਲਾਇਆ ਔਰ ਕਸ਼ਮੋਰ ਇੱਕ ਸ਼ਹਿਰ ਹੈ, ਉੱਥੇ ਉਹਨਾਂ ਨੇ ਇੰਨਾ ਆਲੀਸ਼ਾਨ ਗੁਰਦੁਆਰਾ ਬਣਾਇਆ। ਥੋੜੇ ਜਿਹੇ ਸਿੱਖ ਨੇ ਇੰਨਾ ਪਿਆਰਾ ਗੁਰਦੁਆਰਾ ਬਣਾਇਆ ਔਰ ਆਪਣੇ ਬੱਚਿਆਂ ਨੂੰ ਗੁਰਮੁਖੀ ਬਕਾਇਦਾ ਪੜ੍ਹਾਉਂਦੇ ਨੇ। ਬੱਚਿਆਂ ਨੂੰ ਗੁਰਮੁਖੀ ਬਕਾਇਦਾ ਪੜ੍ਹਾਉਂਦੇ ਨੇ। ਹੁਣ ਅਸੀਂ ਪੜਚੋਲ ਕਰੀਏ ਨਾ, ਅਸੀਂ ਤੇ ਪੰਜਾਬ 'ਚ ਰਹਿ ਰਹੇ ਹਾਂ, ਕਿੰਨੀ ਕੁ ਪੜ੍ਹਾਉਂਦੇ ਹਾਂ। ਅਮਰੀਕਾ ਦੇ ਅੰਦਰ ਤੁਸੀਂ ਚਲੇ ਜਾਓ, ਕਦੀ ਸੈਕਰਾਮੈਂਟੋ ਜਾਓ, ਉੱਥੇ ਇੱਕ ਗੁਰਦੁਆਰੇ ਦੇ ਅੰਦਰ ਹੀ ਸਕੂਲ ਖੁੱਲ੍ਹਿਆ ਹੋਇਆ ਹੈ। ਸਰਕਾਰੀ ਸਕੂਲ ਹੈ, ਗੌਰਮੈਂਟ ਦਾ। ਗੋਰਿਆਂ ਦੇ ਬੱਚੇ ਵੀ ਪੜ੍ਹਦੇ ਨੇ, ਸਾਡੇ ਵੀ ਪੜ੍ਹਦੇ ਨੇ। 8ਵੀਂ ਤੱਕ ਪੰਜਾਬੀ ਲਾਜ਼ਮੀ ਹੈ ਉੱਥੇ, 8ਵੀਂ ਤੱਕ ਪੰਜਾਬੀ ਲਾਜ਼ਮੀ ਅਮਰੀਕਾ ਦੇ ਅੰਦਰ। ਯਾਰ ਸਾਡੇ ਜਿਹੜੇ ਅੰਗਰੇਜ਼ੀ ਦੇ ਨਾਂ ਤੇ ਹੈਰਾਨ ਹੋਵੋਗੇ ਕਿ ਸਾਡੇ ਸਕੂਲਾਂ ਦੇ ਬਾਹਰ ਲਿਖੇ ਹੁੰਦੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜਾਂ ਗੁਰੂ ਸਾਹਿਬਾਂ ਦੇ ਨਾਮ, ਤੇ ਅੰਦਰ ਬੱਚਿਆਂ ਨੂੰ ਪੰਜਾਬੀ ਬੋਲੀ ਬੋਲਣ ਤੇ ਵੀ ਪਾਬੰਦੀ ਹੁੰਦੀ ਹੈ। ਨਾ ਗੁਰੂਆਂ ਦਾ ਪੈਸਾ ਗੁਰੂਆਂ ਦੇ ਨਾਂ ਤੇ ਇਕੱਠਾ, ਇੰਨਾ ਦੁਸ਼ਟਪੁਣਾ ਵਰਤਦਾ ਕਿ ਪੰਜਾਬੀ ਬੋਲੀ ਬੱਚੇ ਬੋਲਣ ਤੇ ਸਕੂਲੋਂ ਕੱਢ ਦਿੱਤਾ ਜਾਂਦਾ ਹੈ। ਇਹ ਪੰਜਾਬ ਥੋੜ੍ਹਾ ਹੈ। ਅਸੀਂ ਕਹਿ ਨਹੀਂ ਸਕਦੇ ਅਸੀਂ ਪੰਜਾਬ ਰਹਿ ਰਹੇ।
ਪਾਕਿਸਤਾਨ 'ਚ ਬੈਠਾ ਬੰਦਾ ਜਿਹੜਾ ਆਪਣੀ ਬੋਲੀ ਦੇ ਪ੍ਰਤੀ ਸਾਵਧਾਨ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਬੋਲੀ ਸਿਖਾਉਣੀ ਹੈ, ਕੈਨੇਡਾ 'ਚ ਬੈਠਾ ਬੱਚਾ ਸਿੱਖ ਜਿਹੜਾ ਹੈ ਉਹ ਬੜਾ ਅਲਰਟ ਹੈ ਕਿ ਮੈਂ ਆਪਣੇ ਬੱਚੇ ਨੂੰ ਬੋਲੀ ਸਿਖਾਉਣੀ ਹੈ। ਚਲੋ ਉੱਥੇ ਸਕੂਲਾਂ 'ਚ ਨਹੀਂ ਪੜ੍ਹਾਈ ਜਾਂਦੀ, ਨਹੀਂ ਤੇ ਉਹ ਐਤਵਾਰ ਨੂੰ ਗੁਰਦੁਆਰੇ ਕਲਾਸਾਂ ਲੱਗਦੀ ਨੇ, ਉੱਥੇ ਲਿਆ ਕੇ ਪੜ੍ਹਾਉਂਦੇ ਨੇ। ਹਰ ਗੁਰਦੁਆਰੇ ਕਲਾਸਾਂ ਲੱਗਦੀ ਨੇ, ਕੈਨੇਡਾ, ਅਮਰੀਕਾ, ਇੰਗਲੈਂਡ, ਹਰ ਗੁਰਦੁਆਰੇ ਕਲਾਸਾਂ ਲੱਗਦੀਆਂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਦੀਆਂ, ਗੁਰਬਾਣੀ ਪੜ੍ਹਾਉਣ ਦੀਆਂ, ਕੀਰਤਨ ਸਿਖਾਉਣ ਦੀਆਂ। ਅਸੀਂ ਤਾਂ ਉਹ ਉਦਮ ਕਰ ਹੀ ਨਹੀਂ ਸਕੇ। ਅਸੀਂ ਕਹਿੰਦੇ ਜੀ ਅਸੀਂ ਪੰਜਾਬ 'ਚ ਬੈਠੇ ਬੜੇ ਵੱਡੇ, ਅਸੀਂ ਕੋਈ ਵੱਡੇ ਨਹੀਂ ਹੈ, ਅਸੀਂ ਬਹੁਤ ਪਛੜ ਚੁੱਕੇ ਹਾਂ। ਅਸੀਂ ਆਪਣੀਆਂ ਜੜ੍ਹਾਂ ਨੂੰ ਆਪ ਖੋਖਲਿਆਂ ਕਰ ਬੈਠੇ ਹਾਂ ਔਰ ਸਾਨੂੰ ਇੰਨਾ ਪਛਤਾਉਣਾ ਪਏਗਾ। ਮੈਂ ਜਿਹੜੀ ਗੱਲ ਕਹੀ ਸੀ ਕਿ ਜਿਹੜੇ ਲੋਕ ਆਪਣੀ ਬੋਲੀ ਨਾਲੋਂ ਟੁੱਟ ਜਾਂਦੇ ਨੇ ਉਹ ਗੁਲਾਮੀ ਦੇ ਸੰਗਲ ਆਪਣੇ ਗਲ 'ਚ ਆਪ ਪਾ ਲੈਂਦੇ ਨੇ। ਜੇ ਤੁਸੀਂ ਆਪਣੀ ਬੋਲੀ ਦੇ ਨਾਲ ਜੁੜੇ ਰਹੋਗੇ, ਆਪਣੀ ਬੋਲੀ ਨੂੰ ਪਿਆਰ ਕਰੋਗੇ, ਦੁਨੀਆ ਦੀ ਕੋਈ ਕੌਮ ਜਿਹੜੀ ਹੈ ਕਿਸੇ ਨੂੰ ਕਦੀ ਗੁਲਾਮ ਨਹੀਂ ਬਣਾ ਸਕਦੀ ਜਿਹੜੇ ਆਪਣੀ ਬੋਲੀ ਨੂੰ ਪਿਆਰ ਕਰਦੇ ਨੇ। ਸੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਭਾਈ ਸਾਹਿਬ ਜੀ ਕਹਿ ਰਹੇ ਕਿ ਮੈਨੂੰ ਸਿੱਖੀ ਚਾਹੀਦੀ, ਸਿੱਖੀ, ਮੈਨੂੰ ਸਿੱਖੀ ਦੀ ਦਾਤ ਦਿਓ। ਅਰਦਾਸ ਕਰ ਰਹੇ ਨੇ ਕਿ ਗੁਰੂ ਕਾ ਇਤਿਹਾਸ ਮੈਂ ਲਿਖ ਰਿਹਾ, ਸੁਣਾ ਰਿਹਾ, ਤੁਸੀਂ ਸੁਣੋਗੇ ਪਿਆਰ ਨਾਲ, ਪਰ ਮੇਰੀ ਵੀ ਅਰਦਾਸ ਕਰੋ ਕਿ ਮੈਨੂੰ ਸਿੱਖੀ ਦੀ ਦਾਤ ਮਿਲ ਜਾਏ, ਮੈਂ ਸਿੱਖੀ ਨਾਲ ਜੁੜਿਆ ਰਹਾਂ। ਭਾਈ ਸਾਹਿਬ ਜੀ ਦਾ ਇਹ ਪਿਆਰ ਹੈ ਸਿੱਖੀ ਦੇ ਪ੍ਰਤੀ ਔਰ ਉਹਨਾਂ ਨੇ ਸਿੱਖੀ ਦੀ ਬਹੁਤ ਵੱਡੀ ਸੇਵਾ ਕੀਤੀ। ਭਾਈ ਸੰਤੋਖ ਸਿੰਘ ਜੀ ਨੇ, ਇਹ ਗੱਲ ਵੱਖਰੀ ਹੈ ਕਿ ਇਹ ਭਾਈ ਸਾਹਿਬ ਜੀ ਇਹ ਜੋ ਗ੍ਰੰਥ ਹੈ ਜਿਹਦਾ ਨਾਮ ਹੈ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਗੁਰੂ ਸਾਹਿਬ ਜੀ ਦੇ ਪ੍ਰਤਾਪ ਨੂੰ ਜਿਵੇਂ ਸੂਰਜ ਚਾਨਣ ਕਰਦਾ ਹੈ ਇਵੇਂ ਸਤਿਗੁਰੂ ਜੀ ਦੇ ਜਸ ਨੂੰ ਪ੍ਰਕਾਸ਼ਮਾਨ ਕਰਦਾ ਹੈ ਇਹ ਗ੍ਰੰਥ। ਇਹ ਗੱਲ ਵੱਖਰੀ ਹੈ ਕਿ ਭਾਈ ਸਾਹਿਬ ਜੀ ਆਪਣੇ ਹੱਥੀਂ ਇਹਨੂੰ ਛੁਪਵਾ ਨਹੀਂ ਸਕੇ ਗ੍ਰੰਥ ਨੂੰ। ਇਹਦੇ 'ਚ ਬਹੁਤ ਕੁਝ ਉਹ ਹੈ ਜੋ ਗੁਰੂ ਕੇ ਜਸ ਦੇ ਅਨੁਕੂਲ ਨਹੀਂ ਹੈ, ਜੋ ਗੁਰੂ ਕੀ ਸ਼ੋਭਾ ਨੂੰ ਵਧਾਉਂਦਾ ਨਹੀਂ। ਬਹੁਤ ਕੁਝ ਹੈ ਪਰ ਉਹਦੇ ਵਿੱਚ ਭਾਈ ਸਾਹਿਬ ਦਾ ਕਸੂਰ ਨਹੀਂ ਹੈ, ਉਹਦੇ 'ਚ ਕਸੂਰ ਤੇ ਸਾਡੀ ਕੌਮ ਦਾ ਹੈ। ਦੇਖੋ ਨਾ, ਜਦੋਂ ਵੀ ਕੋਈ ਇਹ ਭਾਈ ਸਾਹਿਬ ਜੀ ਗ੍ਰੰਥ ਛਪਾਉਣ ਦੇ ਲਈ ਫਿਰਦੇ ਰਹੇ, ਸਾਡੀਆਂ ਤੇ ਜਥੇਬੰਦੀਆਂ ਕੋਲ ਵੇਲ ਹੀ ਨਹੀਂ ਹੈ ਕਿ ਅਸੀਂ ਕੋਈ ਆਪਣੀ ਕਿਤਾਬ ਛਪਾ ਸਕੀਏ। ਉਹਨਾਂ ਨੂੰ ਤੇ ਪੋਲੀਟੀਕਲ ਕੰਮਾਂ ਲਈ ਪੈਸੇ ਚਾਹੀਦੇ ਨੇ ਗੁਰਦੁਆਰਿਆਂ ਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਬਣਾਇਆ, ਇੱਕ ਬੜਾ ਵਧੀਆ ਟੀਕਾ ਹੈ ਔਰ ਬੜੀ ਵੱਡੀ ਘਾਲਣਾ ਹੈ ਪ੍ਰਿੰਸੀਪਲ ਸਾਹਿਬ ਜੀ ਦੀ। ਇੱਕ ਹਿੰਦੂ ਘਰਾਣੇ 'ਚ ਜਨਮੇ, ਸਿੱਖੀ ਧਾਰਨ ਕੀਤੀ, ਸਿੱਖੀ ਧਾਰਨ ਕਰਕੇ ਗੁਰਬਾਣੀ ਨੂੰ ਸਮਝਿਆ, ਗੁਰਬਾਣੀ ਨੂੰ ਸਮਝ ਕੇ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਕੱਲਿਆਂ ਨੇ ਟੀਕਾ ਕਰ ਦਿੱਤਾ। ਬੜੀ ਵੱਡੀ ਘਾਲਣਾ ਹੈ, ਕੋਈ ਮਾਮੂਲੀ ਗੱਲ ਨਹੀਂ ਆ, ਬੜਾ ਇੱਕ ਮੀਲ ਪੱਥਰ ਹੈ ਗੁਰਮਤਿ ਦੇ ਇਤਿਹਾਸ ਵਿੱਚ। ਛਪਾਉਣ ਲਈ ਸਾਡੀਆਂ ਸੰਸਥਾਵਾਂ ਕੋ ਵੱਡੀਆਂ ਕਹਿੰਦੀਆਂ ਕੌਂਦੀਆਂ ਸੰਸਥਾਵਾਂ, ਸ਼੍ਰੋਮਣੀ ਕਮੇਟੀ ਵਰਗੀਆਂ ਜਿਹੜੀਆਂ ਕਹਿੰਦੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਕੋਈ ਟਾਈਮ ਹੀ ਨਹੀਂ, ਪੈਸਾ ਹੀ ਨਹੀਂ। ਉਹ ਛਪਾਉਣ ਲਈ ਜਲੰਧਰ ਦੇ ਇੱਕ ਪਬਲਿਸ਼ਰ ਨੇ, ਉਹਨਾਂ ਨੇ ਛਪਾਇਆ। ਸਾਡੀਆਂ ਸੰਸਥਾਵਾਂ ਕੋ ਟਾਈਮ ਨਹੀਂ ਹੈ, ਪੈਸਾ ਹੀ ਨਹੀਂ ਹੈ। ਅਸੀਂ ਕੰਗਾਲ ਹਾਂ, ਸਾਡੇ ਕੋਲ ਪੈਸਾ ਕਚਹਿਰੀਆਂ 'ਚ ਜਾਣ ਜੋਗਾ ਹੈਗਾ, ਸਾਡੇ ਕੋਲ ਪੈਸਾ ਹੋਰ ਜਿੱਥੇ ਅਸੀਂ ਵਾਹਵਾ ਲੈਣੀ ਉੱਥੇ ਖਰਚਣ ਜੋਗਾ ਬੜਾ ਹੈਗਾ, ਸਾਡੇ ਕੋਲ ਪੈਸਾ ਹੋਰ ਗਲਤ ਕੰਮਾਂ ਲਈ ਬਹੁਤ ਹੈਗਾ, ਬੜੇ ਬੜੇ ਫਰਾਡ ਕਰਨ ਲਈ ਹੈਗਾ, ਲੇਕਿਨ ਸਾਡੇ ਕੋਲ ਪੈਸਾ ਕਿ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਨਹੀਂ ਹੈ। ਇਹ ਸਾਡੀ ਮੰਦ ਭਾਗਤਾ ਹੈ ਕਿ ਸਾਡੇ ਆਗੂ ਇਹੋ ਜਿਹੇ ਨੇ ਜਿਨ੍ਹਾਂ ਦਾ ਇੱਧਰ ਧਿਆਨ ਹੀ ਨਹੀਂ ਜਾਂਦਾ। ਸੋ ਭਾਈ ਸਾਹਿਬ ਜੀ ਨੇ ਜਿਹੜਾ ਗ੍ਰੰਥ ਬਣਾਇਆ ਹੈ ਬਹੁਤ ਮਹਾਨ ਹੈ। ਇਹ ਗ੍ਰੰਥ ਨੂੰ ਜਦੋਂ ਤੁਸੀਂ ਇਕੱਠਾ ਕਰ ਲਓਗੇ, 14 ਜਿਲਦਾਂ ਨੇ ਇਸ ਦੀਆਂ, ਬਹੁਤ ਵੱਡਾ ਗ੍ਰੰਥ ਬਣ ਜਾਏਗਾ। ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ। ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਭਾਈ ਸਾਹਿਬ ਜੀ ਨੇ ਬੂੜੀਆ, ਜਮਨਾ ਨਗਰ ਦੇ ਨੇੜੇ, ਜਮਨਾ ਨਦੀ ਦੇ ਕੰਢੇ ਵੱਲ ਬੂੜੀਏ ਇੱਕ ਰਿਆਸਤ ਸੀ, ਸਿੱਖ ਰਿਆਸਤ ਸੀ ਕਦੀ। ਉਸ ਬੂੜੀਆ ਨਗਰ 'ਚ ਬੈਠ ਕੇ ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਗ੍ਰੰਥ ਦੀ, ਨਾਨਕ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ। ਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਕੈਂਥਲ ਵਿੱਚ ਬੈਠ ਕੇ, ਕੈਂਥਲ ਵੀ ਸਿੱਖ ਰਿਆਸਤ ਸੀ। ਉਹ ਕਿੰਨੇ ਭਾਗਾਂ ਵਾਲੇ ਰਾਜੇ ਸਨ ਜਿਨ੍ਹਾਂ ਦੇ ਮਨ 'ਚ ਚਾਅ ਸੀ ਕਿ ਗੁਰਮਤਿ ਦਾ ਸਾਹਿਤ ਇਤਿਹਾਸ ਲਿਖਿਆ ਜਾਏ। ਹੁਣ ਤੇ ਸਾਡੀਆਂ ਸੰਸਥਾਵਾਂ ਉਹਨਾਂ ਰਾਜਿਆਂ ਤੋਂ ਜ਼ਿਆਦਾ ਆਪਣਾ ਬਜਟ ਰੱਖਦੀਆਂ ਨੇ, ਪਰ ਇਹਨਾਂ ਦੇ ਕੋਲ ਟਾਈਮ ਹੀ ਨਹੀਂ ਹੈ, ਇਹਨਾਂ ਦੇ ਅੰਦਰੋਂ ਚਾਹ ਹੀ ਨਹੀਂ ਹੈ। ਸਰਦਾਰ ਉਦੇ ਸਿੰਘ ਜੀ ਨੇ ਕੈਂਥਲ ਦੇ ਮਹਾਰਾਜਾ ਸਨ ਜਿਹੜੇ, ਭਾਈ ਸਾਹਿਬ ਜੀ ਨੂੰ ਆਪਣੇ ਕੋਲ ਰੱਖਿਆ। ਭਾਈ ਸਾਹਿਬ ਜੀ ਗੁਰੂ ਕਾ ਜਸ ਲਿਖ ਦਿਓ ਬੈਠ ਕੇ। ਭਾਈ ਸਾਹਿਬ ਜੀ ਨੇ ਲਿਖਿਆ ਹੈ, ਆਓ ਠੀਕ ਹੈ, ਬਹੁਤ ਕੁਝ ਗੱਲਾਂ ਨੇ ਜਿਨ੍ਹਾਂ ਤੇ ਅਸੀਂ ਕਿੰਤੂ ਪਰੰਤੂ ਕਰ ਸਕਦੇ ਹਾਂ ਜਿਹੜੀਆਂ ਇਹਦੇ ਵਿੱਚ ਨੇ, ਪਰ ਕਿੰਤੂ ਪਰੰਤੂ ਕਰਨਾ ਤੇ ਬੜਾ ਸੌਖਾ ਹੈ। ਇਹਦੇ ਬਰਾਬਰ ਦਾ ਕੋਈ ਗ੍ਰੰਥ ਬਣਾ ਕੇ ਦੱਸੇ, ਕੋਈ ਇਹਦਾ ਬਦਲਤਾ ਬਣਾ ਕੇ ਦੱਸੇ, ਉਹ ਨਹੀਂ ਅਸੀਂ ਕਰ ਸਕਦੇ ਸਵਾਏ ਇਹਦੇ ਕਿ ਜੋ ਕਰਦੇ ਨੇ ਉਹਨਾਂ ਦੇ ਕਿੰਤੂ ਪਰੰਤੂ ਕਰਨ ਤੋਂ। ਸੋ ਭਾਈ ਸਾਹਿਬ ਜੀ ਨੇ ਬੜੀ ਵੱਡੀ ਸੇਵਾ ਕੀਤੀ ਆਪਣੇ ਵੱਲੋਂ, ਨਿਰਮਾਣ ਸਨ, ਉਹਨਾਂ ਦੇ ਮਨ 'ਚ ਸਿੱਖੀ ਲਈ ਪਿਆਰ ਸੀ ਤੇ ਉਹ ਇਹ ਕਹਿ ਰਹੇ ਕਿ ਮੈਨੂੰ ਸਿੱਖੀ ਦੀ ਦਾਤ ਗੁਰੂ ਦੇ ਦਰ ਤੋਂ ਮਿਲ ਜਾਏ, ਮੇਰੀ ਜ਼ਰੂਰ ਅਰਦਾਸ ਕਰਿਓ। ਅਸੀਂ ਵੀ ਗੁਰੂ ਚਰਨਾਂ 'ਚ ਜਦੋਂ ਆਈਏ
ਇੱਕੋ ਹੀ ਅਰਦਾਸ ਕਰਨੀ, ਸਤਿਗੁਰੂ ਜੀ ਸਾਨੂੰ ਸਿੱਖੀ ਦਾਨ ਬਖਸ਼ ਕਰੋ, ਗੁਰਬਾਣੀ ਦਾ ਪਿਆਰ ਬਖਸ਼ੋ, ਸਤ ਸੰਗਤ ਦਾ ਪਿਆਰ ਬਖਸ਼ੋ। ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਸਰਬੱਤ ਦਾ ਧੰਨਵਾਦ। ਗਰੀਬ ਨਿਵਾਸ ਸਤਿਗੁਰੂ ਜੀ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮ ਦਾਨ ਇਸਨਾਨ ਸਿੱਖੀ ਸਿਰਫ ਭਰੋਸਾ ਬਖਸ਼ ਕੇ ਕਰਤਾਰ ਕਰਨ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।